ਗੁਰੂ ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਦੇ ਰਹੇ, ਜਿੰਨਾ ਵੀ ਉਪਦੇਸ਼ ਹੈ ਸਾਰਾ ਆਪਣੇ ਮਨ ਨੂੰ ਦਿੱਤਾ ਜਾਂਦਾ ਹੈ। ਆਪਣੇ ਮਨ ਨੂੰ ਇੱਧਰ ਭੇਜਣ ਤੋਂ ਪਹਿਲਾਂ ਇਸ ਲੋਕ ਦੇ ਵਿੱਚ, ਇਸ ਨੂੰ ਪਰਲੋਕ ਦੇ ਵਿੱਚ ਸਮਝਾ ਕੇ ਭੇਜਿਆ ਜਾਂਦਾ ਹੈ ਕਿ ਤੁਹਾਨੂੰ ਮਾਤ ਲੋਕ ਦੇ ਵਿੱਚ ਭੇਜਣ ਲੱਗੇ ਹਾਂ ਤੇ ਤੁਹਾਨੂੰ ਇਹ ਗਿਣਤੀ ਦਾ ਸਮਾਂ ਸਵਾਸੰਦ ਧਨ ਦਿੱਤਾ। ਜੇ ਤੁਸੀਂ ਉੱਥੇ ਜਾ ਕੇ ਆਖੋ ਬਈ ਇਹ ਧਨ ਦੇ ਵਿੱਚ ਵਾਧਾ ਕਰ ਦਿਓ ਜਾਂ ਸਾਡੀ ਉਮਰ ਵਧਾ ਦਿਓ, ਇਹ ਵਾਧੇ ਘਟੇਗਾ ਨਹੀਂ। ਇਹ ਗਿਣਤੀ ਦਾ ਤੇ ਆਪਾਂ ਨੂੰ ਕਹਿੰਦੇ ਵੀ ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਆਪ ਹੀ ਘਰ ਦੇ ਵਿੱਚ ਵਾਪਸ ਆ ਜਾਣਾ, ਜਾਨ ਹੁਣ ਬਣਾ ਲੈਣਾ। ਤੇ ਜੇ ਤੁਸੀਂ ਉੱਥੇ ਜਾ ਕੇ ਆਖੋ ਵੀ ਸਾਡਾ ਸਮਾਂ ਵਧਾ ਦਿਓ ਜੀ, ਸਾਡੀ ਉਮਰ ਵਧਾ ਦਿਓ, ਇਹ ਵਧੇਗੀ ਨਹੀਂ, ਨਾ ਘਟੇਗੀ ਨਾ ਵਧੇਗੀ। ਆਪਾਂ ਨੂੰ ਮਾਰੇ ਸਮਝਾਉਂਦੇ ਗਣ ਘਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਤਿਲ ਸਾਰ।
ਬਈ ਇਹ ਸਵਾਸ ਗਿਣਤੀ ਦੇ ਨੇ, ਨਾ ਇਹਨਾਂ 'ਚ ਤਿਲ ਘਟਣਾ ਹੈ ਤੇ ਨਾ ਵਧਣਾ। ਜੇ ਤੁਸੀਂ ਉੱਥੇ ਜਾ ਕੇ ਕਹੋ ਵੀ ਸਾਡਾ ਸਮਾਂ ਵਧਾ ਦਿਓ, ਵਧੇਗਾ ਵੀ ਨਹੀਂ। ਜੇ ਤੁਸੀਂ ਆਖੋ ਵੀ ਸਮਾਂ ਘਟਾ ਦਿਓ, ਘਟੇਗਾ ਵੀ ਨਹੀਂ। ਜਿਵੇਂ ਸੰਸਾਰ 'ਚ ਆਪਾਂ ਦੇਖਦੇ ਹਾਂ, ਜਦੋਂ ਜੀਵ ਆਪਦੀ ਮੱਤ ਦੁਆਰਾ ਚੱਲਦਾ ਉਹ ਦੁਖੀ ਹੋ ਜਾਂਦਾ। ਸੰਸਾਰ 'ਚ ਰਹਿੰਦਾ ਹੋਇਆ ਦੁਖੀ ਹੋਇਆ ਫਿਰ ਬੇਨਤੀਆਂ ਕਰਦਾ ਵੀ ਰੱਬਾ ਮੈਨੂੰ ਚੱਕ ਲੈ, ਵੀ ਮੈਨੂੰ ਲੈ ਜਾ, ਪਰ ਉਹ ਲੈ ਕੇ ਨਹੀਂ ਜਾਂਦਾ। ਕਿਉਂਕਿ ਜਿੰਨਾ ਸਮਾਂ ਹੈ, ਚਾਹੇ ਅਸੀਂ ਪਹਿਲਾਂ ਮਰਜ਼ੀ ਕਿੰਨਾ ਆਖੀ ਚੱਲੀਏ, ਕਿੰਨੀਆਂ ਅਰਦਾਸਾਂ ਕਰੀ ਚੱਲੀਏ ਵੀ ਲੈ ਜਾਓ, ਨਹੀਂ ਲੈ ਕੇ ਜਾਏ। ਜਦੋਂ ਸਮਾਂ ਖਤਮ ਹੋ ਗਿਆ, ਫਿਰ ਚਾਹੇ ਅਸੀਂ ਆਖੀਏ ਵੀ ਸਾਨੂੰ ਰੱਖ ਲਾ, ਵੀ ਅਸੀਂ ਨਹੀਂ ਮਰਨਾ ਚਾਹੁੰਦੇ, ਫਿਰ ਮਰਨਾ ਹੀ ਮਰਨਾ, ਫਿਰ ਕੋਈ ਰਹਿ ਨਹੀਂ ਸਕਦਾ। ਇਸ ਵਾਸਤੇ ਸਮੇਂ ਤੋਂ ਪਹਿਲਾਂ ਨਾ ਤਾਂ ਇਸ ਸੰਸਾਰ ਦੇ ਵਿੱਚੋਂ ਕੋਈ ਜਾ ਸਕਦਾ ਤੇ ਨਾ ਹੀ ਆਪਦੀ ਮਰਜ਼ੀ ਨਾਲ ਕੋਈ ਆ ਸਕਦਾ। ਜਨਮ ਅਤੇ ਮੌਤ ਇਹ ਮਾਲਕ ਨੇ ਆਪਦੇ ਹੱਥ ਰੱਖਿਆ ਹੋਇਆ। ਫਿਰ ਆਪਾਂ ਨੂੰ ਸਮਝਾਉਂਦੇ ਵੀ ਅੱਗੇ ਮਾਲਕ ਦੀ ਇੱਛਾ ਹੈ, ਜੇ ਉਹ ਚਾਹੇ ਤੇ ਸਾਨੂੰ ਉਹ ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖ ਸਕਦਾ। ਮਹਾਰਾਜ ਕਹਿੰਦੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੀ। ਬਈ ਜੇ ਮਾਲਕ ਨੂੰ ਇਸ ਤਰ੍ਹਾਂ ਭਾਉਂਦਾ ਹੈ ਤੇ ਉਹ ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖ ਲੈ। ਜਿਵੇਂ ਕਈ ਐਸੇ ਇਲਾਕੇ ਨੇ ਜਿੱਥੇ ਬਰਫ਼ ਪੈਂਦੀ ਹੈ, 6-6 ਮਹੀਨੇ ਇੰਨੀ ਬਰਫ਼ ਪੈ ਜਾਂਦੀ ਹੈ ਬਈ ਸਾਰਾ ਕੁਝ ਬਰਫ਼ ਦੇ ਨਾਲ ਹੀ ਢਕਿਆ ਜਾਂਦਾ ਹੈ। ਤੇ ਉਸੇ ਬਰਫ਼ ਦੇ ਵਿੱਚ ਡੱਡੂ ਰਹਿੰਦਾ। ਹੁਣ ਜਦੋਂ ਬਰਫ਼ ਪੈਂਦੀ ਹੈ, ਡੱਡੂ ਦੇ ਅੰਦਰ ਵੀ ਪਾਣੀ ਹੈ ਤੇ ਅੰਦਰਲਾ ਪਾਣੀ ਵੀ ਬਰਫ਼ ਬਣ ਜਾਂਦਾ, ਬਾਹਰ ਵੀ ਇਰਦ ਗਿਰਦ ਬਰਫ਼ ਹੈ। ਹੁਣ ਉਹ ਜਦੋਂ ਉਹਦਾ ਸਾਰਾ ਕੁਝ ਜੰਮ ਗਿਆ ਤੇ ਉਹਨੂੰ ਸਵਾਸ ਵੀ ਨਹੀਂ ਆਉਂਦਾ, ਬਿਨਾਂ ਸਵਾਸਾਂ ਤੋਂ ਮਾਲਕ ਉਹਨੂੰ 6 ਮਹੀਨੇ ਜਿਉਂਦਾ ਰੱਖਦਾ। ਫਿਰ ਜਦੋਂ ਬਰਫ਼ ਪਿਘਲਦੀ ਹੈ, ਜਿਉਂ-ਜਿਉਂ ਬਰਫ਼ ਢਲਦੀ ਹੈ, ਉਹ ਜਿਹੜਾ ਡੱਡੂ ਉਹਦੇ ਅੰਦਰਲਾ ਪਾਣੀ ਵੀ ਢਲਦਾ ਹੈ, ਬਰਫ਼ ਖੁਰ ਜਾਂਦੀ ਹੈ ਤੇ ਉਹ 6 ਮਹੀਨੇ ਬਾਅਦ ਫਿਰ ਛਾਲ ਮਾਰਦਾ, ਟਪੂਸੀਆਂ ਮਾਰ ਕੇ ਫਿਰ ਭੱਜਣ ਲੱਗ ਜਾਂਦਾ। ਮਤਲਬ ਜੇ ਮਾਲਕ ਚਾਹੇ ਤੇ ਉਹ ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖ ਲੈਂਦਾ। ਇਸ ਲਈ ਮਹਾਰਾਜ ਕਹਿੰਦੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੀ। ਜੇ ਉਹਨੂੰ ਭਾਵੇ ਤੇ ਉਹ ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖ ਸਕਦਾ। ਫਿਰ ਜੇ ਮਾਲਕ ਦੀ ਇੱਛਾ ਹੋਵੇ ਤੇ ਉਹ ਸਾਡੀ ਉਮਰ ਵਧਾ ਵੀ ਸਕਦਾ। ਕਿੰਨੀ ਉਮਰ ਵਧਾ ਸਕਦਾ ਉਹ? ਸਾਡੀ 4 ਯੁੱਗਾਂ ਤੋਂ ਲੈ ਕੇ 40 ਯੁੱਗਾਂ ਤੱਕ ਵੀ ਸਾਡੀ ਉਮਰ ਇੰਨੀ ਲੰਬੀ ਕਰ ਸਕਦਾ। ਪਰ ਜੇ ਅਸੀਂ ਇੰਨੀ ਲੰਮੀ ਆਰਜ਼ੂ ਭੋਗਣ ਦੇ ਬਾਵਜੂਦ ਵੀ ਮਾਲਕ ਪਰਮਾਤਮਾ ਦੇ ਨਾਲ ਮਿਲਾਪ ਨਾ ਕੀਤਾ, ਉਹਦੇ ਹੁਕਮ ਦੇ ਵਿੱਚ ਨਾ ਆਈ, ਫਿਰ ਸਾਨੂੰ ਇੰਨੀ ਲੰਮੀ ਉਮਰ ਦਾ ਵੀ ਕੋਈ ਫਾਇਦਾ ਨਹੀਂ। ਫਿਰ ਸਾਨੂੰ ਵਾਪਸ ਕੀੜਿਆਂ ਦੇ ਵਿੱਚ ਕੀੜਾ ਬਣਾ ਕੇ ਫਿਰ ਛੱਡ ਦੇਣਗੇ। ਇਸ ਲਈ ਮਹਾਰਾਜ ਕਹਿੰਦੇ ਵੀ ਆਰਜ਼ੂ ਕਿਸੇ ਦੀ ਕਿੰਨੀ ਵੀ ਲੰਮੀ ਹੋ ਜੇ, 40 ਯੁੱਗਾਂ ਤੱਕ ਹੋ ਜੇ, ਤੇ ਸੰਸਾਰ ਦੇ ਵਿੱਚ ਉਹਦੀ ਸੋਭਾ ਵੀ ਬੜੀ ਹੋਵੇ, ਵਡਿਆਈ ਬੜੀ ਹੋਵੇ, ਉਹਦਾ ਨਾਂ ਚੱਲੇ, ਇਸ ਖੰਡ 'ਚ ਹੀ ਨਹੀਂ ਹੋਰ 9 ਖੰਡਾਂ 'ਤੇ ਵੀ ਉਹਦਾ ਨਾਂ ਚੱਲੇ, ਉਹਦੀ ਵਡਿਆਈ ਹੋਵੇ, ਸੋਭਾ ਹੋਵੇ, ਬਈ ਇਹ ਬੰਦੇ ਦੀ ਇੰਨੀ ਲੰਮੀ ਉਮਰ ਹੈ 40 ਯੁੱਗ ਤੱਕ। ਪਰ ਸੱਜੇ ਪਾਤਸ਼ਾਹ ਕਹਿੰਦੇ ਜੇ ਉਹ ਮਾਲਕ ਦੀ ਨਜ਼ਰ ਹੇਠ ਨਹੀਂ ਆਇਆ, ਉਹਨੇ ਮਾਲਕ ਨਾਲ ਮਿਲਾਪ ਨਹੀਂ ਕੀਤਾ, ਤੇ ਅਖੀਰ ਨੂੰ ਉਹਦਾ ਫਲ ਉਹਨੂੰ ਕੀ ਮਿਲਣਾ? ਉਹਨੂੰ ਫਿਰ ਵਾਪਸ ਕੀੜਿਆਂ ਦੇ ਵਿੱਚ ਕੀੜਾ ਬਣਾ ਕੇ ਛੱਡ ਦੇਣਗੇ। ਇਸ ਲਈ ਆਪਾਂ ਨੂੰ ਰੋਜ਼ ਗੁਰੂ ਨਾਨਕ ਦੇਵ ਜੀ ਸਮਝਾਉਂਦੇ, ਜੇ ਜੁਗ ਚਾਰੇ ਆਰਜਾਂ
ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚਲੇ ਸਭ ਕੋਈ, ਚੰਗਾ ਨਾਉ ਰਖਾਏ ਕਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਬਈ ਇੰਨੀ ਉਮਰ ਲੰਮੀ ਹੋਣ ਦੇ ਬਾਵਜੂਦ ਵੀ ਫਿਰ ਵੀ ਇਹਨੂੰ ਦੋਸ਼ੀ ਮੰਨਿਆ ਜਾਣ, ਵੀ ਜੇ ਇੰਨੀ ਉਮਰ ਹੋਈ ਫਿਰ ਵੀ ਤੂੰ ਮਾਲਕ ਨਾਲ ਮਿਲਾਪ ਕਿਉਂ ਨਹੀਂ ਕੀਤਾ, ਫਿਰ ਵੀ ਤੂੰ ਹੁਕਮ ਦੇ ਵਿੱਚ ਨਹੀਂ ਆਇਆ। ਸੋ ਇਸ ਵਾਸਤੇ ਫਿਰ ਮਾਲਕ ਦੀ ਇੱਛਾ, ਵੈਸੇ ਤਾਂ ਸਾਨੂੰ ਸਮਝਾਇਆ ਗੁਰਬਾਣੀ 'ਚ ਕਿ ਸਾਡਾ ਸਮਾਂ ਵਾਧਾ ਘਟਦਾ ਨਹੀਂ ਹੈ, ਪਰ ਜੇ ਮਾਲਕ ਚਾਹੇ ਤੇ ਉਹ ਵਧਾ ਵੀ ਦਿੰਦਾ ਹੈ, ਤੇ ਜੇ ਉਹ ਚਾਹੇ ਉਹ ਘਟਾ ਵੀ ਦਿੰਦਾ ਹੈ। ਘਟਾਉਂਦਾ ਕਦੋਂ ਹੈ? ਜੇ ਸਾਨੂੰ ਨਹੀਂ ਚੰਗਾ ਲੱਗਦਾ ਜੀਵਨ, ਵੀ ਅਸੀਂ ਛੇਤੀ ਮਰਨਾ ਚਾਹੁੰਦੇ ਹਾਂ ਜੀ, ਫਿਰ ਸਾਡੀ ਉਦੋਂ ਘਟਾਉਂਦਾ ਜਦੋਂ ਅਸੀਂ ਉਹਦੇ ਸੰਤਾਂ ਦੀ ਨਿੰਦਿਆ ਕਰਦੇ, ਜਿਹੜੇ ਮਾਲਕ ਦਾ ਸਿਮਰਨ ਕਰਦੇ, ਜਿਹੜੇ ਉਹਦੀ ਭਗਤੀ ਕਰਦੇ, ਜਿਹੜੇ ਉਹਦੇ ਨੌਕਰ ਚਾਕਰ ਨੇ, ਜਿਹੜੇ ਹੁਕਮ 'ਚ ਚੱਲਦੇ। ਜਦੋਂ ਸੰਸਾਰ 'ਚ ਜੀਵ ਉਹਨਾਂ ਦੀ ਨਿੰਦਿਆ ਕਰੇ, ਸੰਤਾਂ ਦੀ, ਫਿਰ ਮਾਲਕ ਉਹਨਾਂ ਦੀ ਉਮਰ ਘਟਾ ਦਿੰਦਾ, ਜਿਹੜੇ ਉਹਦੇ ਸੰਤਾਂ ਦੀ ਨਿੰਦਿਆ ਕਰਦੇ। ਇਸ ਲਈ ਮਹਾਰਾਜ ਫਰਮਾਉਂਦੇ, ਕਹਿੰਦੇ ਵੀ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ, ਜਿਹੜੇ ਉਹਨਾਂ ਦੇ ਦੋਖੀ ਨੇ, ਉਹਨਾਂ ਦੀ ਉਮਰ ਆਰਜੂ ਮਾਲਕ ਆਪ ਘਟਾ ਦਿੰਦਾ। ਸੰਤ ਕੇ ਦੁਖਨ ਆਰਜਾ ਘਟੇ, ਵੀ ਜਿਹੜਾ ਸੰਤਾਂ ਦਾ ਦੋਖੀ ਹੈ, ਜਿਹੜਾ ਮਾਲਕ ਦੇ ਸੇਵਕ ਨੇ, ਜਿਹੜੇ ਉਹਦੇ ਗੁਣ ਗਾਉਂਦੇ, ਜਿਹੜੇ ਕਿਸੇ ਦਾ ਬੁਰਾ ਨਹੀਂ ਸੋਚਦੇ, ਜਿਹੜਾ ਕਿਸੇ ਦਾ ਬੁਰਾ ਨਹੀਂ ਜਿਤਾਰਦੇ, ਜੇ ਕੋਈ ਉਹਨਾਂ ਦਾ ਬੁਰਾ ਸੋਚੇ, ਉਹਨਾਂ ਬਾਰੇ ਬੁਰੇ ਬਚਨ ਆਖੇ, ਤੇ ਉਹ ਮਾਲਕ ਨੂੰ ਚੰਗੇ ਨਹੀਂ ਲੱਗਦੇ। ਵੀ ਮੇਰਾ ਬੱਚਾ ਮੇਰੇ ਹੁਕਮ 'ਚ, ਇਹ ਮੇਰੇ ਬੱਚੇ ਦੀ ਨਿੰਦਿਆ ਕਰਦਾ, ਉਹਦੇ ਨਾਲ ਵੈਰ ਵਿਰੋਧ ਕਰਦਾ, ਫਿਰ ਉਹਦੀ ਆਰਜੂ ਘਟਾ ਦਿੰਦਾ। ਬਈ ਇਹ ਇਸ ਕਾਬਲ ਨਹੀਂ ਹੈ ਮਾਨਸ ਜਾਮੇ ਦੇ, ਵੀ ਇਹਨੂੰ ਹੋਰ ਆਕਾਰ ਦੇ ਵਿੱਚ ਭੇਜੋ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਸਮਾਂ ਜਿਹੜਾ ਸਾਨੂੰ ਸਵਾਸਾਂ ਦਾ ਧਨ ਦਿੱਤਾ ਹੈ, ਬਈ ਇਹ ਹੈ ਗਿਣਤੀ ਦਾ, ਇਹ ਵਾਧਾ ਘਟਦਾ ਨਹੀਂ, ਪਰ ਜੇ ਮਾਲਕ ਚਾਹੇ ਤੇ ਉਹ ਵਧਾ ਵੀ ਸਕਦਾ ਹੈ ਤੇ ਉਹ ਘਟਾ ਵੀ ਸਕਦਾ ਹੈ। ਪਰ ਆਪਾਂ ਨੂੰ ਗੁਰਬਾਣੀ 'ਚ ਸਮਝਾਇਆ ਵੀ ਇਹ ਤੁਸੀਂ ਸਵਾਸਾਂ ਦਾ ਧਨ ਜਿਹੜਾ ਲੈ ਕੇ ਚੱਲੇ ਹੋ ਗਿਣਤੀ ਦਾ, ਵੀ ਇਹਦੇ ਵਿੱਚ ਵਧੇ ਘਟੇਗਾ ਨਹੀਂ। ਤੁਸੀਂ ਸਮਾਂ ਖਤਮ ਹੋਣ ਤੋਂ ਪਹਿਲਾਂ ਆਪੇ ਹੀ ਤੁਸੀਂ ਵਾਪਸ ਆ ਜਾਣਾ। ਹੁਣ ਜਦੋਂ ਆਪਾਂ ਨੂੰ ਇਸ ਲੋਕ ਵਿੱਚ ਭੇਜਦੇ, ਇਹਨੂੰ ਮਿਰਤ ਮੰਡਲ ਕਹਿੰਦੇ ਨੇ, ਇਸ ਮਿਰਤ ਮੰਡਲ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਸਾਤੋਂ ਪਹਿਲਾਂ ਮਰਨ ਲਿਖਾ ਲਿਆ ਜਾਂਦਾ। ਬਈ ਜੇ ਤੁਸੀਂ ਜਾ ਕੇ ਉੱਥੇ ਆਖੋ ਬਈ ਅਸੀਂ ਇੱਥੇ ਹੀ ਰਹਿਣਾ ਹੈ ਸਦਾ, ਤੁਸੀਂ ਉੱਥੇ ਸਦਾ ਨਹੀਂ ਰਹਿ ਸਕਦੇ। ਤੁਸੀਂ ਪਹਿਲਾਂ ਇੱਥੋਂ ਮਰਨ ਲਿਖਾ ਕੇ ਫਿਰ ਤੁਸੀਂ ਉੱਥੇ ਜਾਣਾ। ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ ਮੇ ਆਏ, ਕਿ ਅਸੀਂ ਮਰਨ ਲਿਖਾ ਕੇ ਫਿਰ ਇੱਥੇ ਮਿਰਤ ਮੰਡਲ 'ਚ ਆਉਂਦੇ ਹਾਂ। ਅਤੇ ਜਦੋਂ ਸਾਥੋਂ ਮਰਨ ਲਿਖਾਇਆ ਜਾਂਦਾ, ਉਹਨੂੰ ਕਹਿੰਦੇ ਚਿੱਠੀ ਚੀਰੀ। ਉਹਦੀ ਜਿਹੜੀ ਇੱਕ ਲਿਖਤ ਉਹ ਆਪਾਂ ਨੂੰ ਦਿੱਤੀ ਜਾਂਦੀ, ਸਾਡੇ ਮਨ ਨੂੰ, ਵੀ ਇੰਨਾ ਤੈਨੂੰ ਸਮਾਂ ਦਿੱਤਾ ਆ ਸਵਾਸਾਂ ਦਾ ਧਨ। ਇੱਕ ਜਿਹੜੀ ਲਿਖਤ ਉਹ ਦਰਗਾਹ ਦੇ ਵਿੱਚ, ਪਰਲੋਕ ਦੇ ਵਿੱਚ ਰੱਖੀ ਜਾਂਦੀ ਉਹਦੀ, ਵੀ ਇੰਨਾ ਸਮਾਂ ਤੁਹਾਨੂੰ ਦਿੱਤਾ, ਇੰਨਾ ਸਮਾਂ ਤੁਸੀਂ ਉੱਥੇ ਮਾਤ ਲੋਕ ਦੇ ਵਿੱਚ ਮਿਰਤ ਮੰਡਲ ਵਿੱਚ ਖੇਲੋਗੇ। ਹੁਣ ਉਹ ਜਿਹੜੀ ਚਿੱਠੀ ਚੀਰੀ ਸਾਡੇ ਮਨ ਨੂੰ ਦਿੱਤੀ ਜਾਂਦੀ, ਜਦੋਂ ਅਸੀਂ ਇੱਧਰ ਆਉਂਦੇ ਹਾਂ,
ਉਸ ਨੂੰ ਅਸੀਂ ਨਿੱਜ ਮਹਿਲ 'ਚ ਹੀ ਭੁੱਲੇ ਆਉਂਦੇ ਹਾਂ 10ਵੇਂ ਦਵਾਰ 'ਚ। ਭੁੱਲਣ ਕਰਕੇ ਇੱਧਰ ਆ ਕੇ ਸਾਡਾ ਮਨ ਸੌਂ ਜਾਂਦਾ ਹੈ ਅਤੇ ਸੁਤੇ ਨੂੰ ਇਹ ਪਤਾ ਹੀ ਨਹੀਂ ਰਹਿੰਦਾ ਵੀ ਮੇਰੇ ਕੋਲ ਕਿੰਨਾ ਕੁ ਸਮਾਂ ਹੈ, ਕਦੋਂ ਮੇਰਾ ਸਮਾਂ ਜਿਹੜਾ ਖਤਮ ਹੋ ਜਾਣਾ। ਉਹ ਫਿਰ ਜਿਹੜੀ ਇੱਕ ਲਿਖਤ ਦਰਗਾਹ 'ਚ ਰੱਖੀ ਹੁੰਦੀ, ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਹੈ, ਉਹ ਚਿੱਠੀ ਦਰਗਾਹ ਦੇ ਵਿੱਚ ਪਾੜ ਦਿੰਦੇ। ਜਦੋਂ ਚਿੱਠੀ ਦਰਗਾਹ 'ਚ ਪਾੜਦੀ ਹੈ, ਉਦੋਂ ਬਾਅਦ 'ਚੋਂ ਫਿਰ ਇੱਧਰ ਸੰਸਾਰ ਦੇ ਵਿੱਚ ਅਸੀਂ ਜਾਂਦੇ ਹਾਂ, ਜਿਹਨੂੰ ਆਪਾਂ ਕਹਿੰਦੇ ਵੀ ਉਹ ਫਲਾਣਾ ਬੰਦਾ ਮਰ ਗਿਆ। ਮਰਨ ਦੀ ਕੋਈ ਨਾ ਕੋਈ ਵਿਧੀ ਬਣਦੀ ਹੈ, ਕੋਈ ਨਾ ਕੋਈ ਇੱਧਰ ਦੇਹ ਛਡਾਉਣ ਦਾ ਕੋਈ ਬਣਦਾ ਹੈ ਤਰੀਕਾ, ਕੋਈ ਸਾਧਨ, ਕੋਈ ਵੀ ਚਾਹੇ ਉਹ ਸੰਸਾਰ ਦੇ ਵਿੱਚ ਉਹਨੂੰ ਕੋਈ ਰੋਗ ਲੱਗਿਆ, ਕੋਈ ਬਿਮਾਰੀ ਲੱਗੀ, ਉਹਨੇ ਤਾਂ ਦੇਹ ਛੱਡਤੀ, ਚਾਹੇ ਉਹ ਕਿਤੇ ਜਾ ਰਿਹਾ ਰਸਤੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ, ਚਾਹੇ ਉਹ ਪਾਣੀ 'ਚ ਡੁੱਬ ਕੇ ਮਰ ਗਿਆ, ਚਾਹੇ ਉਹਨੇ ਆਤਮ ਹੱਤਿਆ ਆਪ ਹੀ ਕਰ ਲਈ, ਕੋਈ ਨਾ ਕੋਈ ਉਹ ਵਿਧ ਬਣਦੀ ਹੈ। ਵਿਧ ਫੇਰ ਬਣਦੀ ਹੈ ਜਦੋਂ ਸਾਡੀ ਦਰਗਾਹ ਦੇ ਵਿੱਚ ਚਿੱਠੀ ਪਾਟਦੀ ਹੈ, ਉਨਾ ਸਮਾਂ ਹੀ ਵਿਧ ਨਹੀਂ ਬਣਦੀ। ਜਦੋਂ ਪਹਿਲਾਂ ਉਹ ਚਿੱਠੀ ਪਾਟੇਗੀ ਫੇਰ ਜੀਵ ਜਾਏਗਾ, ਜਿਹਦੀ ਨਹੀਂ ਪਾਟੀ ਉਹ ਜਾ ਨਹੀਂ ਸਕਦਾ, ਆਪਦੀ ਮਰਜ਼ੀ ਨਾਲ ਨਹੀਂ ਜਾ ਸਕਦਾ। ਇਸ ਲਈ ਮਾਰੇ ਫਰਮਾਉਂਦੇ, ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ। ਬਈ ਜਿਨ੍ਹਾਂ ਦੀ ਚਿੱਠੀ ਦਰਗਾਹ 'ਚ ਪਾਟ ਗਈ ਉਹਨਾਂ ਨੇ ਭਾਈ ਮਰਨਾ ਹੀ ਮਰਨਾ, ਉਹਨੂੰ ਕੋਈ ਰੱਖ ਨਹੀਂ ਸਕਦਾ। ਉਹ ਚਾਹੇ ਜਿਵੇਂ ਮਰਜ਼ੀ ਮਰੇ, ਸੰਸਾਰ ਦੇ ਵਿੱਚ ਜਿਵੇਂ ਮਰਜ਼ੀ ਦੇਹ ਛੱਡੇ, ਚਾਹੇ ਆਪਦੇ ਆਪ ਦੇਹ ਛੱਡ ਦੇਵੇ, ਜਿਹਨੂੰ ਆਪਾਂ ਕਹਿ ਦਿੰਦੇ ਇਹਨੇ ਆਤਮ ਹੱਤਿਆ ਕਰ ਲਈ ਜੀ, ਚੰਗਾ ਭਲਾ ਸੀ, ਪਤਾ ਨਹੀਂ ਕੀ ਹੋਇਆ ਜਿਹੜਾ ਇਹਨੇ ਇੱਦਾਂ ਦਾ ਕਰ ਲਿਆ। ਉਹ ਕਰਦਾ ਜੀਵ ਤਾਈਆਂ ਕਿਉਂਕਿ ਉਹਦਾ ਸਮਾਂ ਆ ਗਿਆ, ਉਹਦੀ ਚਿੱਠੀ ਪਟ ਗਈ ਅਤੇ ਫਿਰ ਨਹੀਂ ਉਹਨੂੰ ਪਤਾ ਲੱਗਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਉਹ ਫਿਰ ਅੰਦਰ ਬੈਠਾ ਹੀ ਮਾਲਕ ਉਹਦੀ ਬੁੱਧੀ ਇੱਦਾਂ ਦੀ ਕਰ ਦਿੰਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਸੰਸਾਰ ਦੇ ਵਿੱਚ ਸਾਨੂੰ ਜਿਹੜਾ ਸਮਾਂ ਇਹ ਗਿਣਤੀ ਦਾ ਦਿੱਤਾ, ਇਹ ਅੰਤ ਸਮਾਂ ਕੋਈ ਪਤਾ ਨਹੀਂ ਕਿਸੇ ਦਾ ਕਿੱਦਾਂ ਦਾ ਹੋਣਾ, ਆਪਣਾ ਵੀ ਕੋਈ ਪਤਾ ਨਹੀਂ ਵੀ ਆਪਾਂ ਕਿੱਦਾਂ ਜਾਣਾ, ਕੀ ਵਿਧੀ ਬਣਨੀ, ਕੀ ਸਾਧਨ ਬਣਨਾ ਹੈ, ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ ਜੇ ਅਸੀਂ ਸਿਮਰਨ ਕੀਤਾ ਹੋਏਗਾ, ਮਾਲਕ ਦੇ ਹੁਕਮ ਵਿੱਚ ਮਾਲਕ ਨਾਲ ਮਿਲਾਪ ਕੀਤਾ ਹੋਏਗਾ, ਫਿਰ ਸਾਨੂੰ ਅੱਗੇ ਸੌਖਾ ਹੋ ਜਾਂਦਾ। ਰਮਾਉਂਦੇ ਕਿ ਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਬਈ ਜੇ ਸਾਨੂੰ ਸਾਡਾ ਸਾਹਿਬ ਮਨੋਂ ਵਿਸਰੇ ਨਾ, ਸਹਿਲਾ ਹੁੰਦਾ ਸੌਖਾ, ਫਿਰ ਅੱਗੇ ਸੌਖਾ ਹੋ ਜਾਂਦਾ, ਫਿਰ ਕੋਈ ਦੁੱਖ ਨਹੀਂ। ਨਹੀਂ ਤਾਂ ਜੀਵ ਨੂੰ ਸੰਸਾਰ 'ਚ ਤਾਂ ਦੁੱਖ ਹੈਗਾ ਹੀ ਹੈਗਾ, ਅੱਗੇ ਉਸ ਤੋਂ ਵੱਧ ਦੁੱਖ ਹੈ। ਸੰਸਾਰ ਦੇ ਵਿੱਚ ਜੀਵ ਤਾਂ ਜਦੋਂ ਦੇਹ ਛੱਡਦਾ ਹੈ, ਕਈ ਵਾਰ ਉਹਨੂੰ ਭਰਮ ਹੁੰਦਾ ਹੈ ਵੀ ਮਰਨ ਤੋਂ ਬਾਅਦ ਸ਼ਾਇਦ ਮੈਂ ਸੌਖਾ ਹੋ ਜਾਊਂਗਾ, ਬਈ ਮੈਂ ਸ਼ਾਇਦ ਮੁਕਤ ਹੋ ਜਾਵਾਂਗਾ, ਮੈਂ ਇੱਥੇ ਦੁਖੀ ਬਹੁਤ ਜ਼ਿਆਦਾ। ਪਰ ਉਹਨੂੰ ਇਹ ਨਹੀਂ ਪਤਾ ਵੀ ਅੱਗੇ ਇਸ ਤੋਂ ਵੱਧ ਦੁੱਖ ਹੈ। ਜਿਉਂ ਹੀ ਇੱਧਰ ਪਾਉਣ ਤੋਂ ਵੱਖ ਕਰਦੇ ਮਨ ਨੂੰ, ਸਵਾਸ ਖਤਮ ਹੁੰਦੇ, ਉਦੋਂ ਹੀ ਜਮ ਨੇ ਜਿਹੜੇ ਮਨ ਨੂੰ ਫੜ ਲੈਂਦੇ। ਸੂਖਮ ਜਿਹੜਾ ਮੋਹ ਹੈ ਉਹ ਗਲ ਦੇ ਵਿੱਚ ਫਾਹੀ ਬਣ ਕੇ ਫਟਾਫਟ ਚੁੰਮੜ ਜਾਂਦਾ। ਜਿਹੜਾ ਲੋਭ ਹੈ ਉਹ ਸੰਗਲ ਬਣ ਕੇ, ਬੇੜੀਆਂ ਬਣ ਕੇ ਮਨ ਦੇ ਪੈਰਾਂ 'ਚ ਪੈ ਜਾਂਦਾ। ਅਤੇ ਜਿਹੜੇ ਤਿੰਨ ਨੇ ਇਹ ਮਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ, ਇਹੋ ਫਿਰ ਅੰਤ ਸਮੇਂ ਜਮਾਂ ਦਾ ਰੂਪ ਧਾਰਨ ਕਰ ਲੈਂਦੇ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਫਿਰ ਇਹੋ ਅੰਤ ਸਮੇਂ ਇਹ ਜਮ ਬਣ ਜਾਂਦੇ, ਜਮਾਂ ਦਾ ਰੂਪ ਧਾਰਨ ਕਰ ਲੈਂਦੇ। ਫਿਰ ਉਦੋਂ ਮਨ ਨੂੰ ਪਤਾ ਲੱਗਦਾ ਵੀ ਆਹ ਕੀ ਹੋ ਗਿਆ, ਵੀ ਮੈਂ ਤਾਂ ਚਾਹੁੰਦਾ ਸੀ ਮੈਂ ਸੁਖੀ ਹੋ ਜਾਵਾਂਗਾ, ਉਦੋਂ ਤਾਂ ਕੁੱਟ ਪੈਣ ਲੱਗ ਗਈ। ਫਿਰ ਉਦੋਂ ਭਰਮ ਮੈਨੂੰ ਖੁੱਲ੍ਹਦਾ, ਉਦੋਂ ਪਤਾ ਲੱਗਦਾ ਵੀ ਮੈਂ ਤਾਂ ਸੁੱਤਾ ਪਿਆ ਸੀ, ਸੁੱਤਾ ਪਿਆ ਹੋਇਆ ਸੁਪਨਾ ਦੇਖ ਰਿਹਾ ਸੀ ਸੰਸਾਰ ਦੇ ਵਿੱਚ,
ਤੇ ਸੁਪਨੇ ਦੇ ਵਿੱਚ ਚੱਲ ਰਿਹਾ ਸੀ, ਸੁਪਨੇ 'ਚ ਦੁਖੀ ਹੋ ਰਿਹਾ ਸੀ। ਸੁਪਨੇ ਦੇ ਵਿੱਚ ਹੀ ਇਹ ਸਾਰਾ ਪਰਿਵਾਰ ਬਣਿਆ ਸੀ, ਕੋਈ ਮਾਂ ਬਣਿਆ ਸੀ, ਕੋਈ ਪੁੱਤ ਸੀ, ਕੋਈ ਧੀ ਸੀ, ਕੋਈ ਔਰਤ, ਕੋਈ ਮਰਦ ਬਣਿਆ ਹੋਇਆ ਸੀ। ਜਦੋਂ ਮਨ ਜਾਗਿਆ ਉਹ ਸੁਪਨਾ ਟੁੱਟ ਗਿਆ। ਜਦੋਂ ਸੁਪਨਾ ਟੁੱਟਿਆ, ਅੱਖ ਖੁੱਲ੍ਹੀ ਤੇ ਉਹ ਜਮਾਂ ਨੇ ਫੜ ਲਿਆ। ਉਦੋਂ ਹੀ ਫਿਰ ਜਮ ਨੇ ਜਿਹੜੇ ਉੱਠਣਾ ਸ਼ੁਰੂ ਕਰ ਦਿੰਦੇ। ਉਦੋਂ ਔਖੀ ਘੜੀ ਆਉਂਦੀ, ਉਦੋਂ ਮੁਸੀਬਤ ਪੈਂਦੀ ਹੈ। ਉਦੋਂ ਫਿਰ ਜਿਹੜੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਆਵਾਜ਼ਾਂ ਮਾਰਦਾ ਵੀ ਮੇਰੇ 'ਤੇ ਹੁਣ ਮੁਸੀਬਤ ਪੈ ਗਈ, ਮੈਨੂੰ ਛਡਾਓ। ਹੁਣ ਉਹਦੀ ਆਵਾਜ਼ ਉਹ ਸੁਣਦੇ ਨਹੀਂ ਪਰਿਵਾਰ ਦੇ ਮੈਂਬਰ, ਕਿਉਂਕਿ ਉਹ ਸੂਖਮ ਹੋ ਗਏ ਹੈ। ਪਹਿਲਾਂ ਤਾਂ ਇਹ ਸਰੀਰ 'ਚ ਜਦੋਂ ਵੱਸਦਾ ਸੀ, ਪਾਉਣ 'ਚ ਮਿਲਦਾ ਸੀ, ਆ ਕੇ ਪਾਉਣ ਦੁਬਾਰਾ ਭਾਸ਼ਾ ਪ੍ਰਗਟ ਹੁੰਦੀ, ਬੋਲਦਾ ਸੀ। ਜਿਵੇਂ ਹੁਣ ਆਪਾਂ ਜਿਹੜੀ ਇਹ ਸੰਸਾਰ ਦੀ ਭਾਸ਼ਾ ਬੋਲਦੇ ਹਾਂ, ਇਹ ਪੌਣ ਪਾਣੀ ਅਗਨ ਤੋਂ ਪ੍ਰਗਟ ਹੁੰਦੀ, ਇਹਨੂੰ ਕੱਚੀ ਬਾਣੀ ਕਹਿੰਦੇ। ਮਹਾਰਾਜ ਕਹਿੰਦੇ ਅਵਨ ਬਿੰਬ ਪੌਣੇ ਕੀ ਬਾਣੀ, ਵੀ ਇਹ ਪੌਣ ਪਾਣੀ ਅਗਨ ਤੋਂ ਬਾਣੀ ਪ੍ਰਗਟ ਹੁੰਦੀ। ਜਦੋਂ ਮਨ ਨੂੰ ਪਾਉਣ ਤੋਂ ਵੱਖ ਕਰ ਲਿਆ ਤੇ ਬਾਜਾ ਜਿਹੜਾ ਵੱਜ ਰਿਹਾ ਸੀ, ਬਾਜਾ ਵੱਜਣਾ ਬੰਦ ਹੋ ਗਿਆ। ਜਿਹੜਾ ਇਹ ਆਪਾਂ ਬੋਲਦੇ ਹਾਂ, ਇਹ ਬਾਜਾ ਵੱਜਦਾ, ਜਿਹਨੂੰ ਮਹਾਰਾਜ ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ, ਵੀ ਇਹ ਸਰੀਰ ਨੂੰ ਵੀ ਗੁਫਾ ਦਾ ਨਾਮ ਦਿੱਤਾ। ਇਸ ਗੁਫਾ ਦੇ ਵਿੱਚ ਜਿਹੜਾ ਬਾਜਾ ਵੱਜਦਾ, ਪਾਉਣ ਦਾ ਬਾਜਾ ਵੱਜਦਾ, ਜਿਹੜਾ ਇਹ ਆਪਾਂ ਬੋਲਦੇ। ਹੁਣ ਇੱਧਰੋਂ ਮਨ ਨੂੰ ਵੱਖ ਕਰ ਲਿਆ, ਤੇ ਜਦੋਂ ਮਨ ਨੂੰ ਪਾਉਣ ਤੋਂ ਵੱਖ ਕਰ ਲਿਆ, ਉਹ ਜਿਹੜੀ ਆਵਾਜ਼ ਮਨ ਦੀ ਉਹ ਸਾਡੇ ਕੰਨਾਂ ਤੱਕ ਪਹੁੰਚਦੀ ਨਹੀਂ, ਸਤੂਲ ਤੱਕ, ਇਸ ਸਰੀਰ ਤੱਕ ਨਾ ਜਾ ਉਹ ਸਾਨੂੰ ਉਹਦੀ ਆਵਾਜ਼ ਸੁਣਦੀ ਹੈ ਤੇ ਨਾ ਹੀ ਉਹ ਦਿਖਾਈ ਦਿੰਦਾ। ਜਾਂ ਤਾਂ ਕੋਈ ਮਨ ਜਾਗਿਆ ਹੋਵੇ, ਕੋਈ ਗੁਰਮੁਖ ਹੋਵੇ, ਉਹਨੂੰ ਤਾਂ ਦਿਸਦਾ। ਜਿਹੜੇ ਮਨਮੁਖ ਸੁੱਤੇ ਨੇ ਉਹਨਾਂ ਨੂੰ ਨਹੀਂ ਦਿਸਦਾ, ਨਾ ਉਹਨਾਂ ਨੂੰ ਆਵਾਜ਼ ਸੁਣਦੀ ਉਹਦੀ, ਨਾ ਉਹ ਦਿਖਾਈ ਦਿੰਦਾ। ਉਹ ਕੋਲੇ ਬੈਠੇ ਹੀ ਸਰੀਰ ਦੇ ਵਿਰਾਗ ਤਾਂ ਕਰੀ ਜਾਂਦੇ, ਉੱਧਰ ਜੰਮ ਕੁੱਟਣ ਲੱਗੇ ਹੋਏ, ਉਹਦੇ ਵੱਲ ਕੋਈ ਦੇਖਦਾ ਹੀ ਨਹੀਂ। ਉਹਦੀ ਆਵਾਜ਼ ਜਿਹੜੀ ਉਹ ਕਿਸੇ ਦੇ ਕੰਨਾਂ ਤੱਕ ਪਹੁੰਚਦੀ ਹੋਈ ਨਹੀਂ, ਕਿਉਂਕਿ ਸਾਰੀ ਸੁੱਤੇ ਪਈ। ਫਿਰ ਉਦੋਂ ਪਤਾ ਲੱਗਦਾ ਵੀ ਹੁਣ ਮੁਸੀਬਤ ਬਣ ਗਈ, ਵੀ ਹੁਣ ਔਖੀ ਘੜੀ ਆ ਗਈ, ਹੁਣ ਇੱਥੇ ਕਿਸੇ ਨੇ ਸਾਥ ਨਹੀਂ ਦੇਣਾ। ਜਿਹਨੇ ਸਾਡਾ ਉੱਥੇ ਸਾਥ ਦੇਣਾ ਸੀ ਮਾਲਕ ਨੇ, ਪਰਮਾਤਮਾ ਨਿਰੰਕਾਰ ਨੇ, ਉਹ ਤੋਂ ਅਸੀਂ ਬੇਮੁਖ ਹੋਏ ਰਹੇ। ਉਹਦੇ ਵੱਲ ਦੇਖਿਆ ਹੀ ਨਹੀਂ, ਉਹਦੇ ਸਨਮੁਖ ਹੋਏ ਹੀ ਨਹੀਂ, ਉਹਦੇ ਕਦੇ ਦਰਸ਼ਨ ਹੀ ਨਹੀਂ ਕੀਤੇ। ਜੋ ਨਾਮ ਸੀ, ਜਿਹਨੇ ਅੱਗੇ ਸੰਗੀ ਸਾਥੀ ਬਣਨਾ ਸੀ, ਉਹ ਨਾਮ ਨੂੰ ਕਦੇ ਸੁਣਿਆ ਹੀ ਨਹੀਂ। ਸੰਸਾਰ ਦੀਆਂ ਆਵਾਜ਼ਾਂ ਤਾਂ ਬਥੇਰੀਆਂ ਮਨਮੁਖ ਸੁਣਦਾ ਰਿਹਾ, ਬਾਹਰੀ ਸੰਸਾਰ ਦਾ ਗਾਉਣ ਵਜਾਉਣ ਬਥੇਰਾ ਸੁਣਦਾ ਰਿਹਾ, ਪਰ ਅੰਦਰ ਮਾਲਕ ਦੀ ਜਿਹੜੀ ਆਵਾਜ਼ ਸੀ ਉਹਨੂੰ ਕਦੇ ਸੁਣਿਆ ਹੀ ਨਹੀਂ। ਫਿਰ ਉੱਥੇ ਨਾਮ ਤੋਂ ਬਿਨਾਂ ਤੇ ਸੱਚ ਤੋਂ ਬਿਨਾਂ ਹੋਰ ਕੋਈ ਸੰਗੀ ਸਾਥੀ ਬਣਦਾ ਨਹੀਂ ਹੈ। ਇਸੇ ਵਾਸਤੇ ਜੀ ਫਿਰ ਮਹਾਰਾਜ ਕਹਿੰਦੇ ਅੰਤ ਬਾਰ ਨਾਨਕ ਬਿਨ ਹਰਿ ਜੀ ਕਉ ਕਾਮ ਨਾਇਓ। ਇਧਰ ਫਿਰ ਮਨਮੁਖ ਦਾ ਜਿਹੜਾ ਸਰੀਰ ਹੈ, ਨਾਲ ਨਾਲ ਉਹਦੀ ਕਿਰਿਆ ਜਿਹੜੀ ਆਪਾਂ ਸੰਸਾਰ 'ਚ ਤਾਂ ਆਪਾਂ ਬਥੇਰੀ ਦੇਖਦੇ ਹਾਂ ਵੀ ਜਦੋਂ ਜੀਵ ਦੇਹ ਛੱਡ ਜਾਂਦਾ ਹੈ ਵੀ ਫਿਰ ਕਿਵੇਂ ਉਹਦਾ ਸੰਸਕਾਰ ਕੀਤਾ ਜਾਂਦਾ, ਪਰ ਉਹ ਅੱਗੇ ਮਨ ਦੇ ਨਾਲ ਕੀ ਬੀਤਦੀ ਆ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਦਾ। ਵੀ ਜਿਹੜਾ ਇਹ ਸਰੀਰ ਦੇ ਵਿੱਚ ਵਸਦਾ ਸੀ, ਜਿਹੜਾ ਬੋਲਦਾ ਸੀ, ਜਿਹੜਾ ਦੇਖਦਾ, ਜਿਹੜਾ ਸੁਣਦਾ ਸੀ, ਜਿਹੜਾ ਗੱਲਾਂ ਬਾਤਾਂ ਕਰਦਾ ਸੀ, ਜਿਹਨੂੰ ਅਸੀਂ ਕਹਿੰਦੇ ਸੀ ਸਾਡਾ, ਵੀ ਉਹ ਹੁਣ ਕਿੱਥੇ ਚਲਾ ਗਿਆ, ਹੁਣ ਕਿਉਂ ਨਹੀਂ ਇਹ ਸਰੀਰ ਦਾ ਬੋਲਦਾ, ਹੁਣ ਕਿਉਂ ਨਹੀਂ ਗੱਲ ਕਰਦਾ। ਫਿਰ ਮਹਾਰਾਜ ਕਹਿੰਦੇ ਵੀ ਉਦੋਂ ਜੀਵ ਵਿਰਾਗ ਕਰਦੇ, ਉਦੋਂ ਰੋਂਦੇ ਕੋਲ ਬੈਠੇ ਸਰੀਰ ਦੇ, ਵੀ ਪਤਾ ਨਹੀਂ ਕਿੱਥੇ ਚਲਾ ਗਿਆ। ਤੇ ਮਹਾਰਾਜ ਕਹਿੰਦੇ ਵੀ ਫਿਰ ਰੋਣੇ ਕਾਹਤੋਂ ਹੁਣ, ਵੀ ਜਿਹਨੂੰ ਤੁਸੀਂ ਆਪਦਾ ਸਮਝਦੇ ਸੀ, ਵੀ ਸਰੀਰ ਨੂੰ ਹੀ ਤੁਸੀਂ ਪਿਆਰ ਕੀਤਾ, ਜਿਹੜਾ ਇਹਦੇ ਅੰਦਰ ਵੱਸਦਾ ਸੀ ਉਹਦੇ ਨਾਲ ਤਾਂ ਤੁਸੀਂ ਪਿਆਰ ਪਾਇਆ ਨਾ, ਉਹਦੀ ਤਾਂ ਪਹਿਚਾਣ ਹੀ ਨਹੀਂ ਕੀਤੀ ਵੀ ਉਹ ਕੌਣ ਹੈ। ਵੀ ਜਿਹੜੇ ਸਰੀਰ ਨੂੰ ਤੁਸੀਂ ਪਿਆਰ ਕਰਦੇ ਸੀ ਉਹ ਤਾਂ ਤੁਹਾਡੇ ਕੋਲ ਹੀ ਪਿਆ, ਵੀ ਹੁਣ ਰੋਣੇ ਕਾਹਤੋਂ ਫਿਰ।
ਫਿਰ ਉਦੋਂ ਜੀਵ ਕਹਿੰਦੇ ਵੀ ਰੋਂਦੇ ਤਾਂ ਨੇ ਵੀ ਜਿਹੜਾ ਇਹਦੇ ਅੰਦਰ ਵੱਸਦਾ ਸੀ ਵੀ ਉਹ ਚਲਾ ਗਿਆ, ਉਹਨੇ ਵਾਪਸ ਨਹੀਂ ਆਉਣਾ, ਤਾਂ ਰੋਂਦੇ ਨੇ। ਤੇ ਸਤਿਗੁਰੂ ਕਹਿੰਦੇ ਵੀ ਉਹ ਤਾਂ ਹੁਣ ਵੀ ਰੋਜ਼ ਜਾਂਦਾ, ਵੀ ਜਦੋਂ ਰਾਤ ਪੈਂਦੀ ਹੈ ਇਹਦੇ ਵਿੱਚੋਂ ਨਿਕਲ ਜਾਂਦਾ, ਜਦੋਂ ਸਵੇਰ ਹੁੰਦੀ ਦਿਨ ਚੜ੍ਹਦਾ ਆ ਕੇ ਇਹਦੇ ਵਿੱਚ ਫੇਰ ਵੜ ਜਾਂਦਾ, ਫੇਰ ਪ੍ਰਵੇਸ਼ ਹੋ ਜਾਂਦਾ। ਜੇ ਤੁਹਾਡਾ ਅਸਲ ਪ੍ਰੇਮ ਹੈ ਫਿਰ ਤੁਸੀਂ ਹੁਣ ਕਿਉਂ ਨਹੀਂ ਪਤਾ ਕਰਦੇ ਵੀ ਜਦੋਂ ਰਾਤ ਨੂੰ ਸੌਂਦੇ ਹੋ, ਸੌਣ ਤੋਂ ਮਗਰੋਂ ਕਿੱਥੇ ਜਾਂਦੇ ਹੋ, ਕਿਹੜੇ ਰਸਤੇ ਜਾਂਦੇ ਹੋ, ਫਿਰ ਕਿੱਥੇ ਇੰਨਾ ਸਮਾਂ ਗੁਜ਼ਾਰਦੇ ਹੋ। ਜਿਵੇਂ ਹੁਣ ਦਿਨ ਦੇ ਸਮੇਂ ਤਾਂ ਅਸੀਂ ਇੱਕ ਦੂਸਰੇ ਦੀ ਬੜੀ ਨਿਗਰਾਨੀ ਰੱਖਦੇ ਹਾਂ, ਪਰਿਵਾਰ ਦੇ ਮੈਂਬਰ ਜਾਂ ਬੱਚੇ ਕੋਈ 2-4 ਘੰਟੇ ਬਾਹਰ ਰਹੇ ਹੁਣ ਘਰ ਤੋਂ, ਤੇ ਬੜੀ ਅਸੀਂ ਪੁੱਛ ਦੱਸ ਕਰਦੇ ਹਾਂ ਵੀ ਕਿੱਥੇ ਰਹੇ, ਕੀ ਕਰਦੇ ਰਹੇ, ਕਿਹਦੇ ਨਾਲ ਗਏ ਸੀ, ਦੱਸੋ। ਤੇ ਜਦੋਂ ਰਾਤ ਪੈਂਦੀ ਹੈ, ਰਾਤ ਨੂੰ ਅਸੀਂ ਸੌਂ ਜਾਂਦੇ ਹਾਂ, ਤੇ ਜਦੋਂ ਸਵੇਰ ਹੁੰਦੀ ਫਿਰ ਅਸੀਂ ਕਿਸੇ ਨੂੰ ਪੁੱਛਦੇ ਹੀ ਨਹੀਂ ਇੱਕ ਦੂਸਰੇ ਨੂੰ ਕੋਈ ਵੀ ਰਾਤ ਤੁਸੀਂ ਕਿੱਥੇ ਗਏ ਸੀ। ਇੰਨਾ ਸਮਾਂ ਜਿੰਨਾ ਵੀ ਤੁਸੀਂ 5-7 ਘੰਟੇ ਸੌਂਦੇ ਹੋ ਵੀ ਇੰਨਾ ਸਮਾਂ ਕਿੱਥੇ ਰਹੇ, ਕਿਹਦੇ ਨਾਲ ਰਾਤ ਗੁਜ਼ਾਰੀ, ਇਹ ਕੋਈ ਨਹੀਂ ਪੁੱਛਦਾ, ਕਿਉਂਕਿ ਸਾਨੂੰ ਇਹ ਚੀਜ਼ ਦਾ ਗਿਆਨ ਨਹੀਂ, ਸਾਨੂੰ ਇਹਦਾ ਪਤਾ ਹੀ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਫਿਰ ਸੰਸਾਰ ਦਾ ਪਿਆਰ ਇਹ ਝੂਠਾ ਹੈ, ਇਹ ਸਿਰਫ ਇਹ ਸਰੀਰ ਤੱਕ ਹੀ ਹੈ। ਬਈ ਜਿਹੜਾ ਇਹਦੇ ਅੰਦਰ ਵੱਸਦਾ ਹੈ ਉਹਦੀ ਜੀਵ ਨੂੰ ਪਹਿਚਾਣ ਨਹੀਂ ਹੈ। ਜਿੰਨਾ ਸਮਾਂ ਸਰੀਰ ਦੇ ਵਿੱਚ ਰਹਿੰਦਾ ਹੈ ਉਹਨਾਂ ਸਮਾਂ ਤਾਂ ਉਹਦੀ ਪਹਿਚਾਣ ਨਹੀਂ ਕਰਦੀ, ਵੀ ਰੋਜ਼ ਜਾਂਦਾ, ਕਿੱਥੇ ਜਾਂਦਾ, ਕਿੱਥੋਂ ਆਉਂਦਾ, ਵੀ ਹੁਣ ਅਸੀਂ ਪਹਿਚਾਣ ਕਰ ਲਈਏ। ਤੇ ਜਦੋਂ ਜੀਵ ਸਦਾ ਵਾਸਤੇ ਜੋ ਚਲਾ ਜਾਂਦਾ ਫਿਰ ਰੋਂਦੇ ਵੀ ਹਾਈ ਚਲਿਆ ਗਿਆ, ਹੁਣ ਪਤਾ ਨਹੀਂ ਕਿੱਥੇ ਗਿਆ। ਤੇ ਮਹਾਰਾਜ ਕਹਿੰਦੇ ਉਦੋਂ ਵੀ ਰੋਣਾ ਝੂਠਾ ਹੀ, ਵੀ ਜੇ ਅਸਲ ਪਿਆਰ ਹੋਵੇ ਤੇ ਫਿਰ ਬਾਅਦ ਚੋਂ ਵੀ ਲੱਭੀਏ ਅਸੀਂ, ਬਈ ਚਲੋ ਹੁਣ ਜੇ ਚਲਾ ਹੀ ਗਿਆ ਹੈ ਤੇ ਹੁਣ ਅਸੀਂ ਪਿੱਛਾ ਕਰੀਏ ਵੀ ਕਿੱਥੇ ਗਿਆ, ਦੇਖੀਏ ਤਾਂ ਸਹੀ। ਪਰ ਅਸੀਂ ਫੇਰ ਨਹੀਂ ਪਿੱਛਾ ਕਰਦੇ, ਫੇਰ ਨਹੀਂ ਲੱਭਦੇ, ਥੋੜ੍ਹਾ ਸਮਾਂ ਰੋ ਰੂ ਕੇ ਫੇਰ ਹਟ ਜਾਂਦੇ, ਫੇਰ ਭੁੱਲ ਜਾਂਦੇ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇੱਕ ਤਾਂ ਇਹ ਹੈ ਵੀ ਸੰਸਾਰ ਦੇ ਵਿੱਚ ਜੀਵ ਆਇਆ, ਆਪਦੀ ਮੱਤ ਦੁਆਰਾ ਚੱਲਦਾ ਰਿਹਾ, ਤੇ ਜਦੋਂ ਦੇਹ ਛੱਡੀ ਮਰ ਗਿਆ। ਤੇ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਸਾਰਾ ਸੰਸਾਰ ਹੀ ਮਰਦਾ ਪਿਆ ਹੈ, ਵੀ ਇਹਨਾਂ ਨੂੰ ਪਰ ਮਰਨਾ ਆਉਂਦਾ ਨਹੀਂ ਹੈ ਵੀ ਅਸੀਂ ਅਸਲ ਕਿਵੇਂ ਮਰੀਏ। ਮਹਾਰਾਜ ਕਹਿੰਦੇ ਕਬੀਰ ਮਰਤਾ ਮਰਦਾ ਜਗ ਮੁਆ, ਮਰ ਵੀ ਨਾ ਜਾਣੇ ਕੋਈ, ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਇੱਕ ਤਾਂ ਸੰਸਾਰ ਮੌਤ ਮਰਦਾ ਪਿਆ, ਮਹਾਰਾਜ ਕਹਿੰਦੇ ਇਹਨਾਂ ਨੂੰ ਮਰਨਾ ਨਹੀਂ ਆਉਂਦਾ। ਇੱਕ ਹੁੰਦਾ ਗੁਰੂ ਦੀ ਮੱਤ ਦੁਆਰਾ ਮਰਨਾ, ਜੇ ਅਸੀਂ ਉਹ ਮਰਨ ਸਿੱਖ ਲਿਆ ਫਿਰ ਸਾਨੂੰ ਦੁਬਾਰਾ ਮੌਤ ਆਉਂਦੀ ਨਹੀਂ ਹੈ, ਫਿਰ ਸਾਨੂੰ ਵਾਰ-ਵਾਰ ਮਰਨਾ ਪੈਂਦਾ ਨਹੀਂ, ਸਾਨੂੰ ਵਾਰ-ਵਾਰ ਜਨਮ ਮਰਨ ਦੇ ਚੱਕਰ 'ਚ ਨਹੀਂ ਆਉਣਾ ਪੈਂਦਾ। ਹੁਣ ਇੱਕ ਤਾਂ ਜਦੋਂ ਫਿਰ ਸੰਸਾਰ 'ਚ ਜੀਵ ਆਇਆ, ਆ ਕੇ ਇੱਧਰ ਕਰਮ ਦੇ ਨਾਲ ਜੁੜ ਗਿਆ, ਸਾਰੀ ਉਮਰ ਕਰਮ ਕਰਦਾ ਰਿਹਾ, ਨਾ ਸਤਸੰਗਤ ਕੀਤੀ, ਨਾ ਗੁਰੂ ਵਾਲਾ ਬਣਿਆ, ਨਾ ਅੰਦਰੋਂ ਨਾਮ ਦੇ ਨਾਲ ਜੁੜਿਆ, ਨਾ ਮਾਲਕ ਨਾਲ ਮਿਲਾਪ ਕੀਤਾ, ਉਹਨੂੰ ਫਿਰ ਗੁਰਬਾਣੀ 'ਚ ਕਹਿੰਦੇ ਮਨਮੁਖ। ਮਨਮੁਖ ਇੱਧਰ ਵੀ ਦੁਖੀ ਰਿਹਾ। ਕਿਉਂ ਦੁਖੀ ਰਿਹਾ? ਕਿਉਂਕਿ ਇੱਥੇ ਆ ਕੇ ਮਰਨਾ ਭੁੱਲ ਗਿਆ। ਸੰਸਾਰ 'ਚ ਜਦੋਂ ਆਇਆ ਮਰਨ ਲਿਖਾ ਕੇ ਆਇਆ, ਇੱਧਰ ਆ ਕੇ ਐਸਾ ਵੈਰ ਵਿਰੋਧ ਦੇ ਵਿੱਚ ਪਿਆ, ਐਸੀ ਦੁਬਦਾ ਖੜੀ ਕੀਤੀ ਉਹਨੇ, ਇਹ ਮਰਨਾ ਭੁੱਲ ਕੇ ਫਿਰ ਆਪਣੇ ਆਪੇ ਦੀ ਪਹਿਚਾਣ ਨਹੀਂ ਕੀਤੀ ਤੇ ਵਾਪਸ ਫਿਰ ਜੂਨਾਂ 'ਚ ਮੁੜ ਗਿਆ। ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ ਮੇ ਆਈ, ਜਨਮ ਪਦਾਰਥ ਦੁਬਦਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਬਈ ਉਹਨੇ ਤਾਂ ਜਦੋਂ ਦੇਹ ਛੱਡੀ, ਦੇਹ ਛੱਡਣ ਤੋਂ ਮਗਰੋਂ ਉਹਨੂੰ ਰੋਣਾ ਪਿਆ, ਅੱਗੇ ਜੂਨਾਂ 'ਚ ਜਾ ਕੇ ਫਿਰ ਵਾਪਸ ਪਛਤਾਉਂਦਾ ਹੈ। ਫਿਰ ਜਦੋਂ ਅੱਗੇ ਉਹਦੇ ਨਾਲ ਜੋ ਬੀਤਦੀ, ਨਾਲ ਨਾਲ ਗੁਰਬਾਣੀ 'ਚ ਉਹਦਾ ਵੀ ਭੇਦ ਦਿੱਤਾ। ਤੇ ਇੱਧਰ ਸੰਸਾਰ 'ਚ ਆਪਾਂ ਦੇਖਦੇ ਹਾਂ
ਵੀ ਜੀਵ ਨੂੰ ਫਿਰ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਕੋਈ ਦੇਹ ਛੱਡਦਾ, ਉਹਦੇ ਸੰਸਕਾਰ ਤੇ ਜੀਵ ਜ਼ਰੂਰ ਇਕੱਠੇ ਹੁੰਦੇ ਜਾਂਦੇ। ਜਦੋਂ ਜਾਂਦੇ ਤੇ ਉਹ ਫਿਰ ਵਿਚਾਰਦੇ। ਹੁਣ ਤਾਂ ਸਮਾਂ ਬਦਲ ਗਿਆ ਵੀ ਹੁਣ ਤਾਂ ਜੀਵ ਉੱਥੇ ਵੀ ਨਹੀਂ ਵਿਚਾਰਦੇ ਜਾ ਕੇ। ਸਿਰਫ ਥੋੜ੍ਹੇ ਜਿਹੇ ਜੀਵਾਂ ਨੂੰ, ਜਿਹੜੇ ਪਰਿਵਾਰ ਦੇ ਮੈਂਬਰ, ਉਹਨਾਂ ਨੂੰ ਦੁੱਖ ਹੁੰਦਾ ਹੈ। ਬਾਕੀ ਤਾਂ ਸਿਰਫ ਉੱਦਾਂ ਹੀ ਜਾਂਦੇ ਵੀ ਇੱਕ ਵਾਰ ਜੀਵ ਨੂੰ ਇਹ ਹੋ ਜੇ ਵੀ ਹਾਂ ਆਏ ਨੇ, ਵੀ ਇੱਕ ਵਾਰ ਸ਼ਕਲ ਦਿਖਾ ਦਈਏ ਆਪਦੀ। ਅਤੇ ਉੱਥੇ ਜਾ ਕੇ ਵੀ ਸੰਸਾਰ ਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ। ਉੱਥੇ ਜਾ ਕੇ ਵੀ ਸੰਸਾਰ ਦੀਆਂ ਦੁਨਿਆਵੀ ਗੱਲਾਂ ਹੀ ਕਰੀ ਜਾਣਗੇ। ਸਾਹਮਣੇ ਪਿਆ ਹੈ ਜੀ ਬਈ ਉਹ ਚਲਾ ਗਿਆ ਹੈ। ਅਤੇ ਉੱਥੇ ਜਾ ਕੇ ਵੀ ਮਨ ਇੰਨੇ ਕਠੋਰ ਹੋ ਗਏ, ਇੰਨੇ ਮਨ ਮੈਲੇ ਹੋ ਗਏ ਬਈ ਉੱਥੇ ਜਾ ਕੇ ਵੀ ਮਨ ਪਿਘਲਦਾ ਨਹੀਂ ਹੈ। ਬਈ ਮੈਂ ਸੋਚਾਂ ਆਪਦੇ ਬਾਰੇ ਵੀ ਅੱਜ ਇਹ ਗਿਆ, ਕੱਲ੍ਹ ਨੂੰ ਮੈਂ ਵੀ ਜਾਣਾ ਹੈ, ਮੇਰੀ ਵੀ ਵਾਰੀ ਆਉਣੀ ਹੈ। ਪੁਰਾਣੇ ਸਮੇਂ ਦੇ ਵਿੱਚ ਜੀਵ ਜਦੋਂ ਕੋਈ ਇੱਦਾਂ ਦੇਹ ਛੱਡਦਾ, ਜਦੋਂ ਜੀਵ ਜਾਂਦੇ ਫਿਰ ਸੰਸਕਾਰ ਕਰਨ ਵਾਸਤੇ, ਥੋੜ੍ਹਾ ਜਿਹਾ ਜਦੋਂ ਸ਼ਮਸ਼ਾਨ ਘਾਟ ਤੋਂ ਉਹਦੇ ਪਹਿਲਾਂ ਰੱਖ ਲੈਂਦੇ ਜੀਵ ਨੂੰ, ਰੱਖ ਕੇ ਫਿਰ ਉਹਦੇ ਸਿਰ ਕੋਲ ਕੁੱਜਾ ਭੰਨਿਆ ਜਾਂਦਾ। ਹੁਣ ਵੀ ਕਈ ਭੰਨਦੇ ਨੇ। ਇਹਦਾ ਭੰਨਣ ਦਾ ਕਾਰਨ ਇਹ ਹੁੰਦਾ ਪੁਰਾਣੇ ਸਮਿਆਂ ਦੇ ਵਿੱਚ, ਹੁਣ ਤਾਂ ਉੱਦਾਂ ਜੀਵ ਨੂੰ ਪਤਾ ਨਹੀਂ ਵੀ ਕਾਹਤੋਂ ਭੰਨਦੇ ਆ, ਉੱਦਾਂ ਹੀ ਭੰਨ ਦਿੰਦੇ ਦੇਖੋ ਦੇਖੀ। ਅੱਗੇ ਤਾਂ ਭੰਨਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਜੀਵ, ਉਦੋਂ ਪੌਣ ਉਲਟਾ ਲੈਂਦੇ ਸੀ ਵੀ ਉਹਨਾਂ ਨੇ ਸਿੱਖਿਆ ਹੁੰਦਾ ਸੀ। ਸਵਾਸ ਰੋਕ ਕੇ 10ਵੇਂ ਦੀਵਾਰ ਦੇ ਵਿੱਚ ਚਲੇ ਜਾਂਦੇ ਸੀ, ਤਰੀਕਾ ਅਪਣਾਉਂਦੇ ਸੀ, ਜੁਗਤੀ ਅਪਣਾਉਂਦੇ ਸੀ। ਉਹ ਇਸ ਕਰਕੇ ਖੁੱਜਾ ਉਹਦੇ ਸਿਰ ਕੋਲ ਭੰਨਿਆ ਜਾਂਦਾ ਸੀ, ਕਿਉਂਕਿ ਇੱਥੇ ਆਪਣਾ ਉੱਪਰ 10ਵਾਂ ਦੀਵਾਰ ਹੈ ਵੀ, ਤਾਂ ਕਿ ਜੇ ਉਹ 10ਵੇਂ ਦੀਵਾਰ 'ਚ ਬੈਠਾ ਹੋਏਗਾ, ਉਹ ਜਦੋਂ ਖੜਕਾ ਹੋਏਗਾ, ਉਹ ਖੜਕਾ ਸੁਣ ਕੇ ਇੱਕਦਮ ਸਰੀਰ ਦੇ ਵਿੱਚ ਫਿਰ ਪ੍ਰਵੇਸ਼ ਹੋ ਜਾਏਗਾ, ਮੁੜ ਆਏਗਾ ਵਾਪਸ। ਹੁਣ ਤਾਂ ਜੀਵ ਇਹ ਸਾਧਨ ਅਪਣਾਉਂਦੇ ਹੀ ਨਹੀਂ। ਹੁਣ ਕਿਤੇ ਮੁੜਨਾ ਵਾਪਸ? ਹੁਣ ਕਿਹੜਾ ਕੋਈ ਭਗਤੀ ਕਰਦਾ? ਕਿਸੇ ਨੂੰ ਇਹ ਤਰੀਕਾ ਜੁਗਤੀ ਵੀ ਨਹੀਂ ਪਤਾ ਹੈ। ਸੋ ਉਸ ਤਰ੍ਹਾਂ ਫਿਰ ਉਦੋਂ ਜਦੋਂ ਜੀਵ ਕੋਲੇ ਜਾ ਕੇ ਸਿਰ ਦੇ ਕੋਲ ਉਹ ਭੰਨਦੇ, ਅਤੇ ਜਦੋਂ ਵਾਪਸ ਨਹੀਂ ਮੁੜਦਾ ਫਿਰ ਕਹਿੰਦੇ ਵੀ ਹੁਣ ਲੈ ਚੱਲੋ, ਵੀ ਨਹੀਂ ਮੁੜਿਆ, ਚਲਾ ਗਿਆ, ਬਸ ਹੁਣ ਨਹੀਂ ਆਏਗਾ। ਫਿਰ ਜਾ ਕੇ ਜਦੋਂ ਸੰਸਕਾਰ ਕਰਦੇ, ਅਤੇ ਇੱਕ ਜੀਵ ਦੀ ਫਿਰ ਇਸੇ ਗੁਰਬਾਣੀ ਗੁਰੂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਦੀ ਤਸਵੀਰ ਖਿੱਚੀ ਗੁਰਬਾਣੀ ਗੁਰੂ ਵਿੱਚ, ਅਤੇ ਉਹਦਾ ਆਪਾਂ ਨੂੰ ਭੇਦ ਦਿੱਤਾ, ਸਮਝਾਈਏ। ਉਹ ਕੋਈ ਗੁਰਮੁਖ ਹੈ, ਉਹ ਸੰਗਤ ਕਰਦਾ ਜਿਵੇਂ ਆਪਾਂ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੰਗਤ ਕਰਦਾ ਪਰ ਹਜੇ ਮਾਲਕ ਨਾਲ ਮਿਲਾਪ ਨਹੀਂ ਹੋਏ। ਸਿਰਫ ਅਜੇ ਰਸਤੇ 'ਤੇ ਚੱਲ ਰਹੇ, ਸੰਗਤ ਕਰ ਰਹੇ, ਸਿਮਰਨ ਕਰ ਰਹੇ, ਪਰ ਹਜੇ ਰੱਬ ਨੂੰ ਮਿਲਿਆ ਨਹੀਂ। ਹੁਣ ਸਾਹਮਣੇ ਉਹਨੇ ਜਦੋਂ ਦੇਖਿਆ ਵੀ ਲੱਕੜਾਂ ਚਿਣੀਆਂ ਗਈਆਂ, ਲੱਕੜਾਂ ਦੇ ਉੱਤੇ ਉਹ ਜੀਵ ਨੂੰ ਰੱਖ ਲਿਆ। ਰੱਖ ਕੇ ਸਭ ਤੋਂ ਪਹਿਲਾਂ ਜਿਹੜਾ ਇਹ ਮੁੱਖ ਰਾਹੀਂ ਉਹ ਬੋਲਦਾ ਸੀ, ਜਿਹੜੇ ਰਾਹੀਂ ਗੱਲਾਂ ਕਰਦਾ ਸੀ, ਉਹਦੇ ਮੂੰਹ ਦੇ ਵਿੱਚ ਘਿਓ ਪਾ ਦਿੰਦੇ। ਘਿਓ ਜਾਂ ਪਾਉਂਦੇ ਵੀ ਅੱਗ ਇਹਨੂੰ ਛੇਤੀ ਫੜ ਲਵੇ, ਵੀ ਕਿਤੇ ਇਹ ਨਾ ਹੋਵੇ ਅੱਗ ਲੱਗੇ ਨਾ ਛੇਤੀ ਪਕੜ ਕਰ ਲਵੇ, ਤਾਂ ਘਿਓ ਪਾਉਂਦੇ। ਮਹਾਰਾਜ ਇੱਥੇ ਦੱਸਦੇ, ਕਹਿੰਦੇ ਜੈ ਮੁਖ ਪੰਚੋਂ ਅੰਮ੍ਰਿਤ ਖਾਈ, ਤੈ ਮੁਖ ਦੇਖਤ ਲੂਕਟ ਲਾਈ। ਵੀ ਜਿਹੜੇ ਮੁਖ ਰਾਹੀਂ ਅੰਮ੍ਰਿਤਮਈ ਭੋਜਨ ਖਾਂਦਾ ਸੀ, ਉਸੇ ਮੁਖ ਦੇ ਵਿੱਚ ਹੀ ਘਿਓ ਪਾਤਾ ਵੀ ਅੱਗ ਛੇਤੀ ਲੱਗ ਜੇ। ਹੁਣ ਉਹ ਜਿਹੜਾ ਗੁਰਮੁਖ ਉਹ ਸਾਈਡ 'ਤੇ ਖੜਾ ਦੇਖ ਰਿਹਾ ਬਈ ਇਹ ਕੀ ਇਹਦੀ ਹਾਲਤ ਹੋ ਰਹੀ ਹੈ। ਹੁਣ ਉਹ ਦੇਖਦਾ ਦੇਖਦਾ ਉਹਦਾ ਮਨ ਸੀ ਜਿਹੜਾ ਉਹ ਸਹਿਜ 'ਚ ਚਲਿਆ ਗਿਆ, ਅੰਤਰਮੁਖੀ ਹੋ ਗਿਆ ਬਈ ਅੱਜ ਇਹ ਗਿਆ ਹੈ, ਕੱਲ੍ਹ ਨੂੰ ਮੇਰੀ ਵੀ ਵਾਰੀ ਆਉਣੀ, ਮੈਂ ਵੀ ਜਾਣਾ। ਹੁਣ ਜਦੋਂ ਸਹਿਜ ਦੇ ਵਿੱਚ ਗਿਆ, ਸਹਿਜ ਦੇ ਵਿੱਚ ਜਿਹੜਾ ਆਪਣਾ ਸਰੀਰ ਹੈ, ਸਰੀਰ ਪੰਜਾਂ ਤੱਤਾਂ ਦਾ, ਪੌਣ, ਪਾਣੀ, ਅਗਨ, ਮਿੱਟੀ ਅਤੇ ਆਕਾਸ਼ ਤੱਤ। ਹੁਣ ਇਹ ਜਿਹੜੇ ਤੱਤ ਨੇ ਆਪਸ ਵਿੱਚ ਗੱਲਾਂ ਕਰਦੇ ਨੇ, ਆਪਸ ਵਿੱਚ ਵਿਚਾਰਾਂ ਕਰਦੇ। ਜੇ ਆਪਾਂ ਵੀ ਸਹਿਜ 'ਚ ਜਾਈਏ ਤਾਂ ਆਪਾਂ ਵੀ ਸੁਣ ਸਕਦੇ ਹਾਂ। ਆਪਾਂ ਤਾਂ ਹੁਣ ਅੰਤਰਮੁਖੀ ਹੁੰਦੇ ਨਹੀਂ, ਤਾਂ ਅਸੀਂ ਸੁਣਦੇ ਨਹੀਂ ਇਹਨਾਂ ਦੀ ਗੱਲ।
ਹੁਣ ਉਹ ਜਿਹੜੇ ਤੱਤ ਆਪਸ ਵਿੱਚ ਵਿਚਾਰ ਕਰਦੇ ਵੀ ਦੇਖੋ, ਜਿੰਨਾ ਸਮਾਂ ਤਾਂ ਇਹਦੇ ਵਿੱਚ ਮਨ ਰਹਿੰਦਾ ਸੀ ਵੀ ਇਹਦਾ ਕਿੰਨਾ ਸਤਿਕਾਰ ਸੀ, ਸਾਰੇ ਜੀਵ ਇਹਦੇ ਨਾਲ ਕਿੰਨਾ ਪਿਆਰ ਕਰਦੇ ਸੀ। ਹੁਣ ਮਨ ਇਹਦੇ ਵਿੱਚ ਦੇਹ ਛੱਡ ਕੇ ਚਲਾ ਗਿਆ ਤੇ ਸਰੀਰ ਦੀ ਤੱਤਾਂ ਦੀ ਕੀ ਹਾਲਤ ਹੋ ਗਈ। ਹੁਣ ਕਿਵੇਂ ਇਹਨੂੰ ਅੱਗ ਲਾ ਦੇਣਗੇ, ਅੱਗ ਭੇਟ ਕਰ ਦੇਣਗੇ। ਬਈ ਆਪਣਾ ਜਿਹੜਾ ਮੁਖੀ ਹੈ ਮਨ, ਬਈ ਜੇ ਉਹ ਆਪਣੇ ਕੋਲ ਆਵੇ ਤੇ ਆਪਾਂ ਨੂੰ ਬੇਨਤੀ ਕਰੀਏ ਬਈ ਤੂੰ ਸਾਨੂੰ ਛੱਡ ਕੇ ਨਾ ਜਾ। ਹੁਣ ਉਹ ਆਪਸ ਵਿੱਚ ਤੱਤ ਵਿਚਾਰ ਕਰ ਹੀ ਰਹੇ ਨੇ ਤੇ ਇੰਨੇ ਨੂੰ ਮਨ ਉਹ ਗੁਰਮੁਖ ਦਾ ਸਹਿਜ ਦੇ ਵਿੱਚ ਚਲਾ ਗਿਆ, ਜਿੱਥੇ ਉਹ ਬੈਠੇ ਗੱਲਾਂ ਕਰਦੇ ਨੇ। ਹੁਣ ਉਹ ਜਿਹੜੀ ਫਿਰ ਗੱਲ ਆਪਸ ਵਿੱਚ ਤੱਤਾਂ ਦੀ ਤੇ ਮਨ ਦੀ ਵਿਚਾਰ ਹੋਈ, ਉਹ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ 'ਚ ਦਰਜ ਕੀਤੀ। ਇਸੇ ਫਿਰ ਜਿਹੜੇ ਤੱਤ ਨੇ, ਤੱਤਾਂ ਨੂੰ ਧਨ ਆਖਿਆ ਤੇ ਜਿਹੜਾ ਮਨ ਹੈ ਉਹਨੂੰ ਪੈਰ ਆਖਿਆ ਪਤੀ ਆਖਿਆ। ਹੁਣ ਉਹ ਜਿਹੜੇ ਤੱਤ ਧਨ, ਧਨ ਕਹਿੰਦੇ ਇਸਤਰੀ ਨੂੰ, ਪੈਰ ਕਹਿੰਦੇ ਪਤੀ ਨੂੰ। ਹੁਣ ਉਹ ਧਨ ਉਸ ਪਤੀ ਪੈਰ ਨੂੰ ਬੇਨਤੀ ਕਰਨ ਲੱਗੇ ਬਈ ਤੂੰ ਸੁਖੀ ਵਸ, ਤੂੰ ਸਦਾ ਵਾਸਤੇ ਸੁਖੀ ਰਹਿ, ਪਰ ਤੂੰ ਸਾਨੂੰ ਬਚਨ ਦੇ ਵੀ ਤੂੰ ਸਾਨੂੰ ਕਦੇ ਛੱਡ ਕੇ ਨਹੀਂ ਜਾਏਗਾ। ਮਹਾਰਾਜ ਦੱਸਦੇ ਕਹਿੰਦੇ ਵੀ ਕੀ ਉਹਨਾਂ ਨੇ ਬਚਨ ਆਖੇ, ਕਹਿੰਦੇ ਧਨ ਕਹੇ ਤੂੰ ਬਸ ਮੈਂ ਨਾਲੇ, ਪੈਰ ਸੁਖ ਵਾਸੀ ਬਾਲਕ ਪਾਲੀ, ਤੌਜ ਬੈਨ ਹੋਂ ਕੀਤੀ ਨਾ ਲੇਖੇ, ਬਚਨ ਦੇ ਛੋੜ ਨਾ ਜਸ ਹੈ। ਉਹ ਚਾਚਾ ਬੇਨਤੀ ਕਰਦੇ ਮਨ ਨੂੰ ਵੀ ਤੇਰੇ ਤੋਂ ਬਿਨਾਂ ਸਾਡਾ ਕੋਈ ਸਤਿਕਾਰ ਨਹੀਂ, ਜੇ ਤੂੰ ਇਹਦੇ ਵਿੱਚ ਵੱਸਦਾ ਹੈ ਤੇ ਤਾਈਓ ਸਾਡਾ ਸਤਿਕਾਰ ਹੈ। ਉਹ ਸਾਹਮਣੇ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਜਦੋਂ ਪੈਰ ਨਿਕਲ ਗਿਆ, ਮਨ ਚਲਾ ਗਿਆ ਤੇ ਉਹ ਤੱਤਾਂ ਦੀ ਕੀ ਹਾਲਤ ਹੋ ਗਈ, ਕਿਵੇਂ ਉਹਨਾਂ ਨੂੰ ਅੱਗ ਲਾ ਦਿੱਤੀ। ਬਈ ਤੂੰ ਸਾਨੂੰ ਬਚਨ ਦੇ, ਤੂੰ ਸਾਨੂੰ ਕਦੇ ਛੱਡ ਕੇ ਨਹੀਂ ਜਾਏਗਾ। ਜੇ ਤੂੰ ਸਾਨੂੰ ਛੱਡ ਕੇ ਚਲਾ ਗਿਆ ਤੇ ਸਾਡੀ ਵੀ ਇਹੋ ਹਾਲਤ ਹੋ ਜਾਣੀ ਜਿਹੜੀ ਅਸੀਂ ਉਹ ਦੇਖ ਰਹੇ ਹਾਂ ਅੱਗੇ, ਜਿਹੜਾ ਉਹ ਜੀਵ ਨੂੰ ਅੱਗ ਲਾਈਏ। ਮਾਰੇ ਸੱਚੇ ਪਾਤਸ਼ਾਹ ਫਿਰ ਦੱਸਦੇ ਵੀ ਪੈਰ ਉਹਨਾਂ ਨੂੰ ਕੀ ਕਹਿੰਦਾ, ਮਨ ਉਹਨਾਂ ਨੂੰ ਕੀ ਕਹਿੰਦਾ। ਮਨ ਕਹਿੰਦਾ ਵੀ ਮੈਂ ਹੁਕਮ ਦਾ ਬੱਧਾ ਹੋਇਆ, ਬਈ ਜੋ ਮਾਲਕ ਹੈ ਉਹਨੂੰ ਕਿਸੇ ਦੀ ਕਾਣ ਨਹੀਂ ਹੈ। ਬਈ ਜਿੰਨਾ ਸਮਾਂ ਮਾਲਕ ਨੇ ਮੈਨੂੰ ਦਿੱਤਾ ਉਹਨਾਂ ਸਮਾਂ ਹੀ ਮੈਂ ਤੁਹਾਡੇ ਨਾਲ ਰਹਿ ਸਕਦਾ, ਜਦੋਂ ਮੈਨੂੰ ਉਹਨੇ ਵਾਪਸ ਬੁਲਾਇਆ ਤੇ ਮੈਨੂੰ ਜਾਣਾ ਪੈਣਾ। ਮਹਾਰਾਜ ਕਹਿੰਦੇ ਪੈਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰ ਉਠਾ ਕਰ ਜਿਸ ਕਾਣ ਨਾ ਛੰਦਾ, ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਦ ਸਦੇ ਤਾਂ ਉੱਠ ਸਿੱਧਾ ਸਾਹਿ। ਮਨ ਉਹਨਾਂ ਨੂੰ ਕਹਿਣ ਲੱਗੇ ਵੀ ਦੇਖੋ ਮੈਂ ਹੁਕਮ ਦਾ ਬੱਧਾ ਹੋਇਆ, ਵੀ ਜਿੰਨਾ ਮੈਨੂੰ ਸਮਾਂ ਦਿੱਤਾ ਹੈ ਮਾਲਕ ਨੇ ਉਨਾ ਸਮਾਂ ਹੀ ਮੈਂ ਇਹਦੇ 'ਚ ਰਹਿ ਸਕਦਾ। ਜਦੋਂ ਮਾਲਕ ਨੇ ਵਾਪਸ ਬੁਲਾਇਆ ਤੇ ਮੈਨੂੰ ਛੱਡ ਕੇ ਜਾਣਾ ਪੈਣਾ ਹੈ। ਹੁਣ ਮਨ ਜਾ ਉਹਨਾਂ ਨੂੰ ਸਹੀ ਗੱਲ ਕਹਿ ਰਿਹਾ, ਸੱਚ ਕਹਿ ਰਿਹਾ, ਪਰ ਉਹਨਾਂ ਨੂੰ ਅੱਗੇ ਉਹ ਸੀਨ ਨਜ਼ਰ ਆ ਰਿਹਾ, ਜਲਦਾ ਹੋਇਆ ਦਿਸ ਰਿਹਾ। ਉਹ ਹੁਣ ਫੇਰ ਵਾਰ-ਵਾਰ ਮਨ ਨੂੰ ਇਹੋ ਬੇਨਤੀ ਕਰਦੇ, ਜੋਦੜੀ ਕਰਦੇ ਵੀ ਨਹੀਂ ਤੂੰ ਸਾਨੂੰ ਛੱਡ ਕੇ ਨਾ ਜਾਏ। ਮਹਾਰਾਜ ਕਹਿੰਦੇ ਪੈਰ ਬਚਨ ਕਹੇ ਧਨ ਸਾਚੇ, ਧਨ ਕਛੂ ਨ ਸਮਝੀ ਚੰਚਲ ਕਾਚੇ, ਬੌਰ ਬੌਰ ਪੈਰ ਹੀ ਸੰਗ ਮੰਗਿਓ, ਬਾਤ ਜਾਣੀ ਕਰ ਹਾਸਾ ਹੀ। ਵੀ ਉਹ ਜਿਹੜੀ ਧਨ ਵਾਰ-ਵਾਰ ਇਹੋ ਬੇਨਤੀ ਕਰਦੇ ਤੱਤ ਵੀ ਨਹੀਂ ਤੂੰ ਸਾਨੂੰ ਛੱਡ ਕੇ ਨਾ ਜਾਈ, ਤੂੰ ਸਾਡੇ ਨਾਲ ਰਹਿ ਸਦਾ ਵਾਸਤੇ। ਹੁਣ ਇੰਨੇ ਨੂੰ ਕੀ ਹੋਇਆ ਵੀ ਉਹਨਾਂ ਦੀ ਆਪਸ ਵਿੱਚ ਵਿਚਾਰ ਹੋ ਹੀ ਰਹੀ ਸੀ ਤੇ ਉਹਦਾ ਜਿਹੜਾ ਦਿੱਤਾ ਹੋਇਆ ਸਮਾਂ ਉਹਦਾ ਵੀ ਖਤਮ ਹੋ ਗਿਆ ਗੁਰਮੁਖ ਦਾ। ਤੇ ਮਾਲਕ ਨੇ ਉਹਨੂੰ ਵੀ ਵਾਪਸ ਬੁਲਾ ਲਿਆ ਵੀ ਦੇ ਛੱਡ ਕੇ ਆਓ ਵਾਪਸ, ਕਿਉਂਕਿ ਸਮਾਂ ਗਿਣਤੀ ਦਾ ਹੈ, ਇੱਕ ਤਿਲ ਭਰ ਵੀ ਵਾਧਾ ਘਟਦਾ ਨਹੀਂ। ਜਿਸ ਵੀ ਹਾਲਤ 'ਚ ਉਸੇ ਹਾਲਤ 'ਚ ਹੀ ਸਾਨੂੰ ਜਾਣਾ ਪੈਂਦਾ ਹੈ। ਮਹਾਰਾਜ ਕਹਿੰਦੇ ਆਈ ਆ ਗਿਆ
ਪਿਰਹੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਗਾਇਆ। ਉੱਠ ਸਿਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮਹਾਸਾ ਹੈ। ਬਈ ਜਦੋਂ ਆਗਿਆ ਆਈ ਪਿਰ ਹਰੀ ਦੀ, ਮਾਲਕ ਦੀ, ਉਹਨੇ ਬੁਲਾ ਲਿਆ ਉਹਨੂੰ ਵੀ ਬਈ ਆਓ। ਤੇ ਜਦੋਂ ਗਿਆ ਉਹਨੇ ਨਾ ਤਾਂ ਕੋਈ ਮਤਾ ਪਗਾਇਆ, ਇਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਹ ਇਹਨਾਂ ਨੂੰ ਵੀ ਛੱਡ ਕੇ ਉਹ ਵੀ ਚਲਾ ਗਿਆ ਵਾਪਸ। ਹੁਣ ਮਹਾਰਾਜ ਫਿਰ ਸਾਨੂੰ ਇਹਨਾਂ ਦੋਵਾਂ ਦੇ ਵਿੱਚ ਅੰਤਰ ਦੱਸਦੇ, ਜਾਣ ਦਾ ਫਰਕ ਹੈ। ਇੱਕ ਤਾਂ ਪਹਿਲਾਂ ਜੀਵ ਗਿਆ ਜਿਹੜਾ ਮਨਮੁਖ ਸੀ, ਜਿਹੜਾ ਦੁਵਿਧਾ 'ਚ ਪਿਆ ਹੋਇਆ, ਜਿਹਨੇ ਕਦੇ ਸੰਗਤ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਨਾਮ ਦਾ ਭੇਤ ਨਹੀਂ ਲਿਆ। ਉਹ ਤਾਂ ਜਦੋਂ ਦੇਹ ਛੱਡੀ ਉਹਨੂੰ ਤਾਂ ਸਜ਼ਾ ਦੇ ਕੇ ਵਾਪਸ ਫੇਰ ਜੂਨਾਂ 'ਚ ਭੇਜ ਦਿੰਦੇ। ਹੁਣ ਜਿਹੜਾ ਇਹ ਗੁਰਮੁਖ ਬਾਅਦ 'ਚੋਂ ਗਿਆ ਹੈ, ਮਾਲਕ ਦੇਖ ਰਹੀ ਵੀ ਇਹ ਸੰਗਤ ਕਰ ਰਿਹਾ ਹੈ, ਸਿਮਰਨ ਕਰ ਰਿਹਾ, ਵੀ ਇਸ ਮਾਰਗ 'ਤੇ ਚੱਲ ਰਿਹਾ ਹੈ। ਬਈ ਜੇ ਇਹਦੇ ਕੋਲ ਸਮਾਂ ਹੋਰ ਹੁੰਦਾ ਤੇ ਬਈ ਇਹਨੇ ਮੇਰੇ ਨਾਲ ਮਿਲਾਪ ਕਰ ਲੈਣਾ ਸੀ, ਇਹਨੇ ਘਰ ਵਾਪਸ ਆ ਜਾਣਾ ਸੀ। ਫਿਰ ਇਸ ਚੀਜ਼ ਤੋਂ ਖੁਸ਼ ਹੋ ਕੇ ਮਾਲਕ ਜ਼ਿਆਦਾ ਫਿਰ ਸਾਨੂੰ ਦੁਬਾਰਾ ਮਾਨਸ ਜਾਮਾ ਦੇ ਦਿੰਦੇ, ਫਿਰ ਸਾਨੂੰ ਮਾਨਸ ਜਾਮੇ 'ਚ ਭੇਜਦੇ, ਜਾਂ ਫਿਰ ਸਾਨੂੰ ਕੁਝ ਸਮਾਂ ਦੇਵਲੋਕ ਦੇ ਵਿੱਚ ਬਿਠਾ ਦਿੰਦੇ। ਸਾਨੂੰ ਉੱਥੇ ਦੇਵਲੋਕ ਦੇ ਵਿੱਚ ਥਾਂ ਦੇ ਦਿੰਦੇ ਵੀ ਇੱਥੇ ਤੁਸੀਂ ਬੈਠੋ, ਕੁਝ ਸਮਾਂ ਆਰਾਮ ਕਰੋ ਤੇ ਖੇਲ ਨੂੰ ਦੇਖੋ ਕਿਵੇਂ ਖੇਲ ਚੱਲਦਾ ਹੈ। ਫਿਰ ਜਦੋਂ ਸਮਾਂ ਆਏਗਾ ਫਿਰ ਤੁਹਾਨੂੰ ਮਾਨਸ ਜਾਮਾ ਦੇਵਾਂਗੇ ਤੇ ਫਿਰ ਤੁਹਾਨੂੰ ਵਾਪਸ ਭੇਜਾਂਗੇ, ਫਿਰ ਤੁਸੀਂ ਉੱਥੇ ਜਾ ਕੇ ਭਗਤੀ ਕਰਿਓ, ਫਿਰ ਤੁਸੀਂ ਮਿਲਾਪ ਕਰ ਲਿਓ। ਹੁਣ ਮਹਾਰਾਜ ਫਿਰ ਸਾਨੂੰ ਦੱਸਦੇ ਵੀ ਇਹ ਗੁਰਮੁਖ ਦੇ ਜਾਣ ਦੇ ਵਿੱਚ ਅੰਤਰ ਹੈ ਪਹਿਲਾਂ ਵਾਲੇ ਨਾਲੋਂ। ਇਸ ਵਰਤਾਏ ਕਹਿੰਦੇ ਮਰਨ ਲਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ, ਏਕ ਚਲੇ ਹਮ ਦੇਖੇ ਸੁਆਮੀ, ਭਾਈ ਬੁਲੰਤੀ ਆਈ। ਬਈ ਅਸੀਂ ਜਦੋਂ ਦੇਖਿਆ ਵੀ ਉਹ ਗੁਰਮੁਖਾਂ ਨੇ ਵੀ ਇੱਕ ਜੀਵ ਗਿਆ ਹੈ ਤੇ ਉਹਨੇ ਦੇਖ ਕੇ ਉਹਦੇ ਵੱਲ ਉਹਦਾ ਵੀ ਮਨ ਸਹਿਜ 'ਚ ਚਲਾ ਗਿਆ। ਸਹਿਜ ਦੇ ਵਿੱਚ ਜਾ ਕੇ ਉਹ ਤੱਤਾਂ ਦੇ ਨਾਲ ਵਿਚਾਰ ਹੋਈ, ਵਿਚਾਰ ਹੁੰਦੀ ਤਾਂ ਉਹਨੂੰ ਵੀ ਸੱਦਾ ਆ ਗਿਆ ਤੇ ਉਹ ਵੀ ਉੱਠ ਕੇ ਚਲਾ ਗਿਆ। ਹੁਣ ਉਹਦੇ ਜਾਣ ਦੇ ਵਿੱਚ ਅੰਤਰ, ਮਾਲਕ ਨੇ ਜ਼ਿਆਦਾ ਉਹਨੂੰ ਸਵਰਗ ਦੇ ਦਿੱਤਾ, ਦੇਵਲੋਕ, ਕੁਝ ਸਮਾਂ ਉੱਥੇ ਬੈਠਣਗੇ, ਫਿਰ ਦੁਬਾਰਾ ਮਾਨਸ ਜਾਮੇ 'ਚ ਆਉਣਗੇ। ਫਿਰ ਜਦੋਂ ਅਸੀਂ ਮਾਨਸ ਜਾਮੇ 'ਚ ਆਉਂਦੇ ਹਾਂ, ਮਾਨਸ ਜਾਮੇ ਵਿੱਚ ਆ ਕੇ ਜਦੋਂ ਸਾਨੂੰ ਸਤ ਸੰਗਤ ਮਿਲਦੀ, ਕਿਸੇ ਐਸੇ ਗੁਰਮੁਖਾਂ ਦਾ ਸਾਨੂੰ ਸੰਗ ਹੁੰਦਾ, ਸੰਤਾਂ ਸਾਧੂਆਂ ਦਾ, ਫਿਰ ਸਾਡੀ ਜਿਹੜੀ ਭਗਤੀ ਕੀਤੀ ਹੁੰਦੀ ਪਿਛਲੀ, ਜਿੱਥੇ ਤੱਕ ਅਸੀਂ ਪਹਿਲਾਂ ਪਹੁੰਚੇ ਹੁੰਦੇ ਹਾਂ, ਫਿਰ ਸਾਨੂੰ ਦੁਬਾਰਾ ਉੱਥੋਂ ਤੋਂ ਹੀ ਸ਼ੁਰੂ ਕਰਾ ਦਿੰਦੇ ਨੇ। ਜੇ ਅਸੀਂ ਪਹਿਲਾਂ ਦੇਵਲੋਕ ਤੱਕ ਪਹੁੰਚੇ ਹੋਏ ਹਾਂ, ਅਨਹਦ ਬਾਣੀ ਤੱਕ, ਜਦੋਂ ਅਸੀਂ ਸੰਗਤ ਕਰਾਂਗੇ ਉੱਥੇ ਅਸੀਂ ਸਹਿਜ ਸੁਭਾਈ ਚਲੇ ਜਾਣਾ, ਕਿਉਂਕਿ ਉੱਥੇ ਤੱਕ ਅਸੀਂ ਪਹਿਲਾਂ ਪਹੁੰਚੇ ਹੋਏ ਹਾਂ, ਪਹਿਲਾਂ ਸਾਡਾ ਉੱਥੇ ਤੱਕ ਸਫ਼ਰ ਤੈਅ ਕੀਤਾ ਹੋਇਆ। ਫਿਰ ਉਸ ਤੋਂ ਅੱਗੇ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ ਹੁਣ ਇਹ ਜਿਹੜਾ ਮਾਰਗ ਹੈ ਜਿਸ ਦੇ ਉੱਤੇ ਆਪਾਂ ਚੱਲਦੇ ਹਾਂ, ਲਿਵਦੇ ਮਾਰਗ 'ਤੇ, ਇਸ ਮਾਰਗ 'ਤੇ ਉਹੀਓ ਗੁਰਮੁਖ ਚੱਲਦੇ ਜਿਹੜੇ ਦੇਵਲੋਕ 'ਚ ਵਾਈ ਹੋਏ ਨੇ। ਸਾਡਾ ਇਹ ਜਿਹੜਾ ਪਰਿਵਾਰ ਹੈ, ਇਹ ਇੱਕ ਟੀਮ ਬਣਾਈ ਹੈ ਤੇ ਸਾਨੂੰ 4 ਥਾਵਾਂ ਤੋਂ ਜੀਵਨ ਨੂੰ ਇਕੱਠਿਆਂ ਕੀਤਾ ਹੋਇਆ ਹੈ। ਕੁਝ ਜੀਵ ਜਿਹੜੇ ਮਾਲਕ ਨੂੰ ਚੰਗੇ ਲੱਗੇ, ਪਤਾਲ ਲੋਕ ਦੇ ਵਿੱਚ ਜਿਹੜੇ ਜੀਵ ਪਾਣੀ ਦੇ, ਜਿਹੜਾ ਉਹਦੀ ਨਜ਼ਰ ਹੇਠ ਆਇਆ, ਉਹਨੂੰ ਪਤਾਲ ਲੋਕ ਦੇ ਵਿੱਚੋਂ ਲਿਆ ਕੇ ਮਾਨਸ ਜਾਮੇ 'ਚ ਲੈ ਆਉਂਦਾ। ਕੋਈ ਜੀਵ ਭੂਮ ਲੋਕ ਦੇ ਵਿੱਚ ਜਿਹੜਾ ਮਾਲਕ ਦੀ ਨਜ਼ਰ ਹੇਠ ਆਇਆ, ਉਹਨੂੰ ਮਾਨਸ ਜਾਮੇ 'ਚ ਲੈ ਆਉਂਦਾ। ਕੁਝ ਜੀਵ ਆਕਾਸ਼ ਲੋਕ ਦੇ ਵਿੱਚ ਪੰਛੀ, ਜਿਹੜਾ ਮਾਲਕ ਦੀ ਨਜ਼ਰ ਹੇਠ ਆਇਆ ਉਹਨੂੰ ਆਕਾਸ਼ ਲੋਕ ਦੇ ਵਿੱਚ ਲੈ ਆਉਂਦਾ। ਤੇ ਜਿਹੜੇ ਗੁਰਮੁਖ ਦੇਵਲੋਕ 'ਚ ਸੀ, ਜਿਹੜੇ ਮਾਲਕ ਨੂੰ ਅੱਛੇ ਲੱਗੇ ਵੀ ਇਹਨਾਂ ਨੂੰ ਹੁਣ ਸਮਾਂ ਦੇਣਾ ਚਾਹੀਦਾ ਹੈ, ਉਹ ਦੇਵਲੋਕ 'ਚੋਂ ਸਾਨੂੰ ਮਾਨਸ ਜਾਮੇ 'ਚ ਲੈ ਆਉਂਦਾ।
ਹੁਣ ਇਹ ਪਰਿਵਾਰ ਦੇ ਜਿਹੜੇ ਮੈਂਬਰ ਅਸੀਂ ਚਾਰਾਂ ਥਾਵਾਂ ਤੋਂ ਇਕੱਠੇ ਹੋਏ ਹਾਂ, ਤੇ ਤਾਈਓ ਸਾਡੇ ਸਾਰਿਆਂ ਦੇ ਵਿਚਾਰ ਵੱਖੋ ਵੱਖਰੇ। ਹੁਣ ਜਿਹੜਾ ਤਾਂ ਪਤਾਲ ਲੋਕ 'ਚੋਂ ਆਇਆ ਹੈ ਉਹ ਤਮੋ ਗੁਣੀ ਹੈ, ਜਿਹੜਾ ਇਸ ਭੂਮ ਲੋਕ 'ਚੋਂ ਆਇਆ ਹੈ ਉਹ ਰਜੋ ਗੁਣੀ ਹੈ, ਜਿਹੜਾ ਆਕਾਸ਼ ਲੋਕ 'ਚੋਂ ਆਇਆ ਹੈ ਉਹ ਸਤੋ ਗੁਣੀ ਹੈ, ਜਿਹੜਾ ਦੇਵ ਲੋਕ 'ਚੋਂ ਆਇਆ ਉਹ ਤਿੰਨਾਂ ਤੋਂ ਉੱਪਰ। ਇਸ ਵਾਸਤੇ ਫਿਰ ਇਹਨਾਂ ਸਾਰਿਆਂ ਦੇ ਵਿਚਾਰ ਨਹੀਂ ਮਿਲਦੇ ਆਪਸ ਵਿੱਚ। ਜਿਹੜੇ ਦੇਵ ਲੋਕ ਵਾਲੇ ਉਹਨਾਂ ਦੇ ਇਹਨਾਂ ਦੇ ਨਾਲ ਨਹੀਂ ਮਿਲਦੇ, ਕਿਉਂਕਿ ਇਹਨਾਂ ਦੇ ਸਾਰਿਆਂ ਦੇ ਵੱਖੋ ਵੱਖਰੇ ਨੇ। ਜਿਹੜਾ ਰਜੋ ਗੁਣ ਵਾਲਾ ਹੈ ਉਹਦੇ ਤਮੋ ਗੁਣ ਵਾਲੇ ਨਹੀਂ ਮਿਲਦੇ, ਜਿਹੜਾ ਤਮੋ ਗੁਣ ਵਾਲਾ ਹੈ ਉਹਦੇ ਸਤੋ ਗੁਣ ਵਾਲੇ ਨਾਲ ਨਹੀਂ ਮਿਲਦੀ। ਤਾਂ ਕਰਕੇ ਸਾਡਾ ਇਹਦੇ ਕਲੇਸ਼ ਪੈਂਦਾ, ਤਾਂ ਕਰਕੇ ਲੜਾਈ ਝਗੜੇ ਹੁੰਦੇ ਨੇ। ਹੁਣ ਜਿਹੜੇ ਤਾਂ ਤਮੋ ਗੁਣ ਤੋਂ ਆਏ ਨੇ ਪਤਾਲ ਲੋਕ 'ਚੋਂ ਜਾਂ ਰਜੋ ਗੁਣ ਤੋਂ ਆਏ ਭੂਮ ਲੋਕ ਦੇ ਵਿੱਚ, ਉਹ ਤਾਂ ਸਤ ਸੰਗਤ ਕਰਦੇ, ਉਹ ਤਾਂ ਸਿਰਫ ਕਰਮ ਦੇ ਨਾਲ ਹੀ ਜੁੜੇ ਹੁੰਦੇ। ਦਿਨ ਰਾਤ ਉਹਨਾਂ ਨੂੰ ਇੱਕੋ ਹੀ ਕੰਮ ਹੈ, ਕੰਮ ਕਰੋ ਤਕੜੇ ਹੋ ਕੇ। ਪਸ਼ੂਆਂ ਵਾਂਗੂ ਦਿਨ ਰਾਤ ਉਹਨਾਂ ਨੇ ਲੱਗੇ ਹੀ ਰਹਿਣਾ। ਉਹਨਾਂ ਦੀ ਹਰ ਸਮੇਂ ਜਿਹੜੀ ਸੋਚ ਇਹੋ ਲੱਗੀ ਰਹਿੰਦੀ ਕਰਮ ਵਾਲੇ ਪਾਸੇ। ਜਾਂ ਤਾਂ ਕਰਮ ਕਰੀ ਜਾਣਗੇ ਜਾਂ ਫਿਰ ਲੜਾਈ ਝਗੜਾ ਕਰਨ ਲੱਗ ਜਾਣਗੇ। ਜਦੋਂ ਕੰਮ ਤੋਂ ਵਿਹਲੇ ਹੋਏ, ਛੋਟੀ ਜਿਹੀ ਗੱਲ ਤੋਂ ਉਹਨਾਂ ਨੂੰ ਗੁੱਸਾ ਚੜ੍ਹ ਜਾਣਾ ਹੈ ਤੇ ਉਹਨਾਂ ਨੇ ਫਿੱਕਾ ਬੋਲਣਾ ਸ਼ੁਰੂ ਕਰ ਦੇਣਾ, ਮਾੜਾ ਬੋਲਣਾ ਸ਼ੁਰੂ ਕਰ ਦੇਣਾ। ਇਹ ਫਿਰ ਦੋ ਜੀਵ ਨੇ ਜਿਹੜੇ ਤਮੋ ਗੁਣ ਤੇ ਰਜੋ ਗੁਣ ਵਾਲੇ, ਇਹ ਨਾ ਤਾਂ ਸਤ ਸੰਗਤ ਕਰਨ, ਨਾ ਇਹ ਸਿਮਰਨ ਕਰਨ, ਨਾ ਇਹ ਗੁਰਬਾਣੀ ਪੜ੍ਹਨ, ਨਾ ਇਹ ਗੁਰੂ ਘਰ ਆਉਣ। ਇਸ ਤਰ੍ਹਾਂ ਫਿਰ ਕਰਮ ਦੇ ਨਾਲ ਜੁੜੇ ਹੁੰਦੇ। ਜੇ ਆਉਣਗੇ ਵੀ ਤੇ ਸਿਰਫ ਕਰਮ ਵਾਸਤੇ ਹੀ ਆਉਣਗੇ, ਆਪਦੇ ਮਤਲਬ ਵਾਸਤੇ ਆਉਣਗੇ। ਜਿਹੜੇ ਸਤੋ ਗੁਣੀ ਜੀਵ ਨੇ, ਜਿਹੜੇ ਆਕਾਸ਼ ਲੋਕ ਤੋਂ ਆਏ ਨੇ, ਹੁਣ ਉਹ ਕੀ ਕਰਦੇ ਫਿਰ? ਉਹ ਸੇਵਾ ਬਹੁਤ ਕਰਦੇ, ਪੁੰਨ ਦਾਨ ਵੀ ਕਰਨਗੇ, ਗੁਰਬਾਣੀ ਵੀ ਪੜ੍ਹਨਗੇ, ਪਰ ਉਹ ਇਸ ਮਾਰਗ 'ਤੇ ਨਹੀਂ ਚੱਲਦੇ, ਉਹ ਨਾਮ ਨੂੰ ਨਹੀਂ ਮੰਨਦੇ। ਉਹ ਆਪਣਾ ਜਿਹੜਾ ਘਰ ਹੈ ਨਿੱਜ ਮਹਿਲ, ਉਹਨੂੰ ਨਹੀਂ ਮੰਨਣਗੇ, ਫਿਰ ਘਰ ਨਹੀਂ ਜਾਣਗੇ। ਉਹ ਸਿਰਫ ਜੇ ਗੁਰਬਾਣੀ ਨੂੰ ਪੜ੍ਹਨਗੇ ਵੀ, ਉਹ ਸਿਰਫ ਸੰਸਾਰ ਦੇ ਮਤਲਬ ਵਾਸਤੇ, ਵੀ ਸਾਡਾ ਕੰਮ ਵਧੀਆ ਚੱਲੇ ਤਾਂ ਅਸੀਂ ਪਾਠ ਕਰ ਲਈਏ, ਸਾਡਾ ਕਾਰੋਬਾਰ 'ਚ ਵਾਧਾ ਹੋ ਜੇ, ਸਾਡੇ ਸਰੀਰ ਨੂੰ ਕੋਈ ਤੰਗੀ ਨਾ ਆਵੇ, ਕੋਈ ਬਿਮਾਰੀ ਨਾ ਲੱਗ ਜੇ ਤਾਂ ਪਾਠ ਕਰ ਲਈਏ। ਜਾਣੀ ਦੀ ਉਹ ਪਾਠ ਵੀ ਜੇ ਕਰਨਗੇ, ਉਹ ਗੁਰਬਾਣੀ ਨੂੰ ਮੰਨਣਗੇ ਨਹੀਂ, ਵੀ ਗੁਰਬਾਣੀ ਸਾਨੂੰ ਕੀ ਕਹਿ ਰਹੇ ਨੇ, ਉਹ ਆਪਦੇ ਮਤਲਬ ਵਾਸਤੇ ਪੜ੍ਹਨਗੇ। ਤੇ ਜਿਹੜੇ ਫਿਰ ਦੇਵ ਲੋਕ 'ਚੋਂ ਆਏ, ਉਹ ਫਿਰ ਇਸ ਮਾਰਗ 'ਤੇ ਚੱਲਦੇ। ਉਹਨਾਂ ਦੇ ਅੰਦਰ ਪਿਆਸ ਹੁੰਦੀ ਮਾਲਕ ਦੇ ਦਰਸ਼ਨਾਂ ਦੀ, ਉਹਨਾਂ ਦੇ ਅੰਦਰ ਤੜਫ ਹੁੰਦੀ ਵੀ ਅਸੀਂ ਰੱਬ ਨੂੰ ਮਿਲਣਾ ਹੈ, ਵੀ ਇਸ ਵਾਸਤੇ ਸਾਨੂੰ ਇਹ ਜੀਵਨ ਮਿਲਿਆ, ਹੋਰ ਸਾਡਾ ਸੰਸਾਰ 'ਚ ਕੋਈ ਮਤਲਬ ਨਹੀਂ ਆਉਣ ਦਾ। ਉਹਨਾਂ ਦੇ ਅੰਦਰ ਜਦੋਂ ਇਹ ਤੜਫ ਤੇ ਵਿਰਾਗ ਹੁੰਦਾ, ਫਿਰ ਉਹ ਇਸ ਮਾਰਗ 'ਤੇ ਚੱਲਦੇ ਵੀ ਸਾਨੂੰ ਕੋਈ ਐਸਾ ਗੁਰਮੁਖ ਮਿਲੇ ਜਿਹੜਾ ਸਾਨੂੰ ਰਸਤਾ ਦੱਸੇ ਵੀ ਅਸੀਂ ਕਿਵੇਂ ਰੱਬ ਨੂੰ ਮਿਲ ਸਕਦੇ ਹਾਂ। ਫਿਰ ਉਹ ਇਸ ਮਾਰਗ 'ਤੇ ਚੱਲਦੇ, ਉਹ ਸਿਮਰਨ ਕਰਨਗੇ, ਸਿਮਰਨ ਕਰਕੇ ਉਹ ਅੰਤਰਮੁਖੀ ਹੋਣਗੇ, ਉਹ ਨਾਮ ਦੇ ਨਾਲ ਜੁੜਨਗੇ, ਉਹ ਫਿਰ ਇਹ ਪ੍ਰੇਮ ਦੇ ਰਸਤੇ 'ਤੇ ਚੱਲਦੇ। ਉਹ ਸਾਰਿਆਂ ਨੂੰ ਮਾਲਕ ਦਾ ਰੂਪ ਜਾਣ ਕੇ ਪ੍ਰੇਮ ਕਰਦੇ ਨੇ। ਇਸ ਵਾਸਤੇ ਫਿਰ ਇਹ ਆਪਾਂ ਨੂੰ ਪਹਿਚਾਣ ਦੱਸੀ ਹੋਈ ਹੈ, ਵੀ ਤਾਂ ਕਿ ਸਾਨੂੰ ਆਪਦਾ ਵੀ ਪਤਾ ਲੱਗ ਜਾਵੇ, ਸਾਨੂੰ ਹੋਰਾਂ ਜੀਵਾਂ ਦਾ ਵੀ ਪਤਾ ਲੱਗ ਜਾਵੇ, ਵਿਚਾਰਾਂ ਤੋਂ ਵੀ ਇਹ ਕਿੱਥੋਂ ਆਏ ਨੇ। ਉਹ ਫਿਰ ਸਾਡੇ ਲੱਛਣ ਪਤਾ ਲੱਗ ਜਾਂਦਾ, ਕਿਉਂਕਿ ਜੋ ਸਾਡੇ ਪਿੱਛੇ ਹੁੰਦੇ ਉਹ ਫਿਰ ਅੱਗੇ ਨਾਲ ਹੀ ਆ ਜਾਂਦੇ। ਅਤੇ ਉੱਥੋਂ ਫਿਰ ਸਾਨੂੰ ਗੁਰਬਾਣੀ ਗੁਰੂ ਜੋ ਗਿਆਨ ਦਿੰਦੇ, ਜਦੋਂ ਸਾਡੇ ਕੋਲ ਗਿਆਨ ਹੁੰਦਾ ਅਤੇ ਫਿਰ ਗਿਆਨ ਦੁਆਰਾ ਆਪਾਂ ਦੇਖਦੇ, ਆਪਾਂ ਨੂੰ ਭੇਤ ਖੁੱਲ੍ਹਦਾ ਪਤਾ ਲੱਗ ਜਾਂਦਾ। ਸੋ ਇਸ ਵਾਸਤੇ ਆਪਾਂ ਨੂੰ ਕਹਿੰਦੇ ਫਿਰ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ, ਉਹ ਗੁਰਮੁਖ ਤਾਈਓ ਕਹਿੰਦੇ ਵੱਡੇ ਭਾਗਾਂ ਵਾਲੇ, ਉਹ ਫਿਰ ਇਸ ਮਾਰਗ 'ਤੇ ਚੱਲਦੇ। ਬੜ ਭਾਗੀ ਸਤ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੀ। ਹੁਣ ਇਸ ਕਰਕੇ ਫਿਰ ਇਹ ਵਿਰਲੇ ਵਿਰਲੇ ਜਿਹੜੇ ਇਹ ਰਾਹ 'ਤੇ ਚੱਲਦੇ, ਕਿਉਂਕਿ ਗੁਰਮੁਖ ਦੇਵ ਲੋਕ ਵਾਲੇ ਵਿਰਲੇ ਵਿਰਲੇ ਹੁੰਦੇ, ਸੰਸਾਰ 'ਚ ਆਉਂਦੇ, ਅਤੇ ਫਿਰ ਉਹੀਓ ਇਸ ਮਾਰਗ 'ਤੇ ਚੱਲਦੇ, ਉਹੀਓ ਸਤ ਸੰਗਤ ਕਰਦੇ।
ਫਿਰ ਜੋ ਉਹਨਾਂ ਨੂੰ ਗੁਰਬਾਣੀ ਗੁਰੂ ਕਹਿੰਦੇ ਫਿਰ ਉਹ ਮਨ ਦੇ ਨਾਲ ਸ਼ਬਦ ਦੀ ਕਮਾਈ ਕਰਦੇ, ਸਿਮਰਨ ਕਰਦੇ। ਆਓ ਹੁਣ ਜੋ ਆਪਾਂ ਨੂੰ ਸਤਿਗੁਰੂ ਬਚਨ ਕਹਿ ਰਹੇ, ਅਭਿਆਸ ਕਰਨ ਨੂੰ, ਸਿਮਰਨ ਕਰਨ ਨੂੰ, ਆਪਾਂ ਇਹਨਾਂ ਦਾ ਬਚਨ ਮੰਨੀਏ ਤਾਂ ਕਿ ਆਪਾਂ ਵੀ ਆਪਦੇ ਜੀਵਨ ਦਾ ਲਾਹਾ ਕੱਟੀਏ, ਅੰਤਰਮੁਖੀ ਹੋਈਏ ਅਤੇ ਜੋ ਸਾਡੇ ਅੰਦਰ ਸਤਿਗੁਰੂ ਬੈਠੇ, ਜੋ ਸਾਡੇ ਅੰਦਰ ਨਾਮ ਹੈ, ਸਾਨੂੰ ਉਹ ਨਾਮ ਸੁਣਾਈ ਦੇਵੇ, ਅਸੀਂ ਮਾਲਕ ਨਾਲ ਮਿਲਾਪ ਕਰੀਏ। ਆਓ ਜੋ ਹੁਣ ਮਹਾਰਾਜ ਆਪਾਂ ਨੂੰ ਕਹਿ ਰਹੇ ਸਿਮਰਨ ਕਰਨ ਨੂੰ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਇਹ ਆਪਾਂ ਅਭਿਆਸ ਕਰਕੇ ਇਸ ਮਾਰਗ ਦੇ ਉੱਤੇ ਚੱਲਣਾ ਜੋ ਆਪਾਂ ਨੂੰ ਗੁਰਬਾਣੀ ਗੁਰੂ ਦੱਸ ਰਹੇ। ਇਹ ਸਾਰਿਆਂ ਦਾ ਖੇਲ ਆਪਣਾ ਆਪੋ ਆਪਣਾ, ਜਿਹੜਾ ਸਾਡਾ ਪਰਿਵਾਰ ਇੱਕ ਟੀਮ ਹੈ, ਚਾਰੇ ਜਗ੍ਹਾ ਤੋਂ ਸਾਨੂੰ ਇਕੱਠੇ ਕੀਤਾ ਹੈ ਅਤੇ ਸਾਰਿਆਂ ਦਾ ਸੁਭਾਅ ਵੱਖੋ ਵੱਖਰਾ, ਤਾਂਹੀਓ ਵਿਚਾਰ ਨਹੀਂ ਮਿਲਦੇ ਜੀਵਨ ਦੇ ਆਪਸ ਵਿੱਚ। ਜਿਵੇਂ ਹੁਣ ਅਸੀਂ ਇਕੱਠੇ ਜੀਵ ਸਾਰੇ ਇੱਕ ਪਰਿਵਾਰ ਦੇ, ਇੱਕ ਜਿਵੇਂ ਬਿਰਖ ਹੈ ਉਹਦੇ ਥੱਲੇ ਇਕੱਠੇ ਹੋ ਗਏ, ਹੁਣ ਇਕੱਠੇ ਹੋਣ ਕਰਕੇ ਸੁਭਾਅ ਸਾਰਿਆਂ ਦਾ ਵੱਖੋ ਵੱਖਰਾ। ਜਿਹੜੇ ਤਾਂ ਦੇਵ ਲੋਕ ਵਾਲੇ ਗੁਰਮੁਖ ਨੇ ਉਹ ਮਿੱਠਾ ਬੋਲਦੇ ਨੇ, ਜਿਹੜੇ ਤ੍ਰੈ ਗੁਣਾਂ ਵਾਲੇ, ਜਿਹੜੇ ਪਤਾਲ ਲੋਕ ਵਾਲੇ, ਭੂਮ ਲੋਕ ਵਾਲੇ, ਇਹ ਤੱਤਾ ਬੋਲਦੇ, ਫਿੱਕਾ ਬੋਲਦੇ, ਮਾੜਾ ਬੋਲਦੇ ਨੇ। ਮਹਾਰਾਜ ਕਹਿੰਦੇ ਬਿਰਖ ਹੇਠ ਸਭ ਜੰਤ ਇਕੱਠੇ, ਇੱਕ ਬੋਲਣ ਵੀ ਤੱਤੇ ਅਤੇ ਇੱਕ ਬੋਲਦੇ ਜਿਹੜੇ ਉਹ ਮਿੱਠੇ।
ਬਈ ਹੁਣ ਇਹ ਸਾਰਿਆਂ ਦਾ ਸੁਭਾਅ ਜਿਹੜਾ ਵੱਖੋ ਵੱਖਰਾ ਹੈ। ਕਿਉਂ ਵੱਖੋ ਵੱਖਰਾ? ਕਿਉਂਕਿ ਵੱਖੋ ਵੱਖਰੀਆਂ ਥਾਵਾਂ ਤੋਂ ਆਏ ਨੇ, ਤਾਂ ਕਰਕੇ ਇਹਨਾਂ ਦਾ ਆਪਸ ਵਿੱਚ ਨਹੀਂ ਮਿਲਦਾ। ਸੋ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਸਾਰਿਆਂ ਦਾ ਖੇਲ ਆਪੋ ਆਪਣਾ, ਵੀ ਆਪਾਂ ਹੁਣ ਆਪਦੇ ਜੀਵਨ ਦਾ ਲਾਹਾ ਖੱਟਣਾ, ਆਪਾਂ ਕਿਸੇ ਦੇ ਔਗਣ ਨਹੀਂ ਦੇਖਣੇ। ਜੇ ਕਿਸੇ 'ਚ ਕੋਈ ਔਗਣ ਹੈਗੇ ਵੀ ਉਹ ਮਾਲਕ ਨੂੰ ਪਤਾ ਹੈ ਕਿਉਂ ਹੈ, ਕਿਉਂਕਿ ਉਹਦਾ ਪਿਛੋਕੜ ਪਤਾ ਨਹੀਂ ਕੀ ਹੈ, ਵੀ ਉਹ ਕਿੱਥੋਂ ਆਈ ਹੈ। ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਾਂ ਸਿਰਫ ਗੁਣ ਦੇਖਣੇ, ਔਗਣ ਨੇ ਜਿਹੜੇ ਔਗਣ ਛੱਡੀ ਚੱਲਣੀ। ਸਾਂਝ ਹੈ ਜਿਹੜੀ ਉਹ ਗੁਣਾਂ ਦੀ ਪਾਉਣੀ। ਸਾਂਝ ਕੀਜੈ ਗੁਣਾ ਕੇਰੀ ਛੋੜ ਔਗਣ ਚੱਲੀਏ। ਬਈ ਜਦੋਂ ਅਸੀਂ ਇਕੱਠੇ ਹੋਣਾ, ਅਸੀਂ ਔਗਣਾਂ ਦੀ ਨਹੀਂ, ਅਸੀਂ ਗੁਣਾਂ ਦੀ ਸਾਂਝ ਪਾਉਣੀ, ਗੁਣ ਦੇਖਣੇ, ਔਗਣ ਛੱਡੀ ਜਾਣਾ। ਜਦੋਂ ਅਸੀਂ ਗੁਣ ਦੇਖਾਂਗੇ ਉਹ ਗੁਣ ਸਾਡੇ 'ਚ ਆ ਜਾਣਗੇ। ਜੇ ਅਸੀਂ ਕਿਸੇ ਦਾ ਔਗਣ ਦੇਖਾਂਗੇ ਉਹ ਔਗਣ ਆਪਣੇ 'ਚ ਆ ਜਾਣਗੇ। ਸੋ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਔਗਣ ਨਹੀਂ, ਸਿਰਫ ਗੁਣ ਦੇਖਣੇ। ਅਤੇ ਉਹਦੇ ਵਾਸਤੇ ਹੁਣ ਆਪਾਂ ਜਦੋਂ ਇਹ ਸਿਮਰਨ ਕਰਾਂਗੇ, ਸਾਡਾ ਮਨ ਸ਼ੁੱਧ ਹੋਏਗਾ, ਸਾਨੂੰ ਗਿਆਨ ਹੋਏਗਾ, ਸਾਡੇ ਕੋਲ ਗਿਆਨ ਦੀ ਅੱਖ ਹੋਏਗੀ, ਅਸੀਂ ਫੇਰ ਹੀ ਗੁਣ ਦੇਖ ਸਕਦੇ, ਨਹੀਂ ਤਾਂ ਜੀਵ ਨੂੰ ਔਗਣ ਹੀ ਦਿਸਦੇ। ਜਿਹਦੇ ਕੋਲ ਗਿਆਨ ਨਹੀਂ, ਗੁਰੂ ਦੀ ਮੱਤ ਨਹੀਂ, ਉਹ ਗੁਣ ਨਹੀਂ ਦੇਖੇਗਾ, ਉਹਨੇ ਔਗਣ ਹੀ ਦੇਖਣਾ। ਇਸ ਕਰਕੇ ਗੁਰਮੁਖਾਂ ਦੇ ਵਿੱਚ ਜੇ 99 ਗੁਣ ਇੱਕ ਔਗਣ ਹੋਵੇ ਤਾਂ ਮਨਮੁਖ ਨੇ ਔਗਣ ਫੜ ਲੈਣਾ, 99 ਗੁਣ ਛੱਡ ਦੇਣੇ। ਅਤੇ ਜਿਹੜਾ ਮਨਮੁਖ ਹੈ, ਜੇ ਉਹਦੇ ਵਿੱਚ 99 ਔਗਣ ਅਤੇ ਇੱਕ ਗੁਣ ਹੈ, ਅਤੇ ਗੁਰਮੁਖਾਂ ਨੇ ਉਹ 99 ਛੱਡ ਕੇ ਉਹ ਗੁਣ ਫੜਨਾ ਹੈ, ਸਿਰਫ ਉਹੀਓ ਦੇਖਣਾ ਉਹਨਾਂ ਨੇ। ਸੋ ਇਸ ਵਾਸਤੇ ਫਿਰ ਇਹ ਦੇਖਣ ਦੀ ਦ੍ਰਿਸ਼ਟੀ ਹੁੰਦੀ ਹੈ। ਜਿਹੜੀ ਗੁਰਮੁਖਾਂ ਦੀ ਉਹ ਗੁਣਾਂ ਵਾਲੀ ਹੁੰਦੀ ਹੈ, ਜਿਹੜਾ ਮਨਮੁਖ ਹੈ ਉਹਦੀ ਔਗਣਾਂ ਵਾਲੀ ਹੁੰਦੀ, ਉਹਨੇ ਔਗਣ ਦੇਖਣੇ, ਗੁਰਮੁਖ ਨੇ ਗੁਣ ਦੇਖਣੇ। ਸੋ ਇਸ ਵਾਸਤੇ ਆਪਾਂ ਗੁਣਾਂ ਵਾਲੀ ਦ੍ਰਿਸ਼ਟੀ ਬਣਾਉਣੀ। ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਗਿਆਨ ਦੀ ਲੋੜ ਹੈ। ਜਿਉਂ-ਜਿਉਂ ਗਿਆਨ ਹੋਏਗਾ ਫਿਰ ਸਾਡੀ ਗੁਣਾਂ ਵਾਲੀ ਦ੍ਰਿਸ਼ਟੀ ਬਣੇਗੀ। ਸੋ ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਫਿਰ ਸਿਮਰਨ ਕਰਨਾ ਹੈ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ, ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਕਿ ਜੋ ਆਪਣੇ ਜੀਵਨ ਦਾ ਮਕਸਦ ਹੈ, ਅਸਲ ਜਿਸ ਵਾਸਤੇ ਸਾਨੂੰ ਵੀ ਮਾਨਸ ਜਾਮਾ ਮਿਲਿਆ, ਪਰਮਾਤਮਾ ਰੱਬ ਨੂੰ ਮਿਲਣ ਵਾਸਤੇ ਆਪਾਂ ਸਾਰੇ ਹੁਣ ਮਿਲ ਸਕਦੇ ਹਾਂ। ਕਿਵੇਂ ਮਿਲੀਏ? ਉਹ 1430 ਅੰਗ ਗੁਰਬਾਣੀ 'ਚ ਆਪਾਂ ਨੂੰ ਭੇਜ ਦਿੱਤਾ ਜਾ ਰਿਹਾ। ਸੋ ਇਸ ਵਾਸਤੇ ਇਹਦੇ ਵਿੱਚ ਆਪਾਂ ਆਲਸ ਨਹੀਂ ਕਰਨੀ, ਢਿੱਲ ਨਹੀਂ ਵਰਤਣੀ, ਬਈ ਕੋਈ ਨਹੀਂ ਬਥੇਰਾ ਸਮਾਂ ਪਿਆ ਹੈ, ਹਜੇ ਕਿਹੜਾ ਰੱਬ ਨੂੰ ਮਿਲਣ ਨੂੰ ਕੀ ਆ, ਮਿਲ ਲਾਂਗੇ। ਸਮਾਂ ਸਾਡੇ ਕੋਲ ਬੜਾ ਸੀਮਤ ਹੈ, ਰੋਜ਼ ਦੀ ਰੋਜ਼ ਘਟ ਰਿਹਾ, ਕੋਈ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਹੈ। ਇਸ ਲਈ ਸਾਨੂੰ ਕਹਿੰਦੇ ਵੀ ਇਹ ਕਾਰਜ ਦੇ ਵਿੱਚ ਢਿੱਲ ਨਾ ਵਰਤੋ, ਇਹਨੂੰ ਜਿੰਨਾ ਛੇਤੀ ਹੋ ਸਕਦਾ ਸਵਾਰ ਲਓ, ਨਵੇੜ ਲਓ। ਇਸ ਮਾਰੇ ਕਹਿੰਦੇ ਔਧ ਘਟੇ ਦਿਨ ਸਰੈ ਨਾਰੀ, ਮਨ ਗੁਰਮਿਲ ਕਾਜ ਸਵਾਰੀ। ਬਈ ਸਮਾਂ ਤਾਂ ਰੋਜ਼ ਦੀ ਰੋਜ਼ ਘਟ ਰਿਹਾ, ਕੀ ਪਤਾ ਕਦੋਂ ਮੁੱਕ ਜਾਣਾ। ਅਤੇ ਜੇ ਕਾਰਜ ਅਧੂਰਾ ਹੀ ਰਹਿ ਗਿਆ, ਨਾ ਸਵਾਰਿਆ, ਅਤੇ ਫਿਰ ਵਾਪਸ ਮੁੜਨਾ ਪੈਣਾ, ਸਾਨੂੰ ਫਿਰ ਆਉਣਾ ਪੈਣਾ। ਇਸ ਵਾਸਤੇ ਅਸੀਂ ਇਹਦੇ 'ਚ ਢਿੱਲ ਨਹੀਂ ਵਰਤਣੀ, ਇਹ ਕਾਰਜ ਜਿੰਨਾ ਛੇਤੀ ਹੋ ਸਕਦਾ ਆਪਾਂ ਸਵਾਰਨਾ ਹੈ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਫਿਰੇ